ਦੇਸ਼ਾਂ ਵਿਦੇਸ਼ਾਂ ਦੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਦਰਸ਼ਕੋ, ਬਹੁਤ ਜ਼ਰੂਰੀ ਲਾਈਵ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਵੇਲੇ ਉੱਤਰ ਭਾਰਤ ਦੇ ਸਭ ਤੋਂ ਵੱਡੇ ਧਾਰਮਿਕ ਸਥਾਨ ਦੋ ਗੁਰੂ ਸਾਹਿਬਾਂ ਦੇ ਜਿਸ ਪਵਿੱਤਰ ਸਥਾਨ ਤੇ ਚਰਨ ਪਏ ਨੇ, ਉਸ ਸਥਾਨ ਦੀਆਂ ਜਿਹੜੀਆਂ ਚੋਣਾਂ ਨੇ ਉਹਦੀ ਸਰਗਰਮੀਆਂ ਚੱਲ ਰਹੀਆਂ ਨੇ। ਉਹਦੀ ਪ੍ਰਕਿਰਿਆ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਗੁਰਦੁਆਰਾ ਨਾਨਕਮੱਤਾ ਸਾਹਿਬ ਪ੍ਰਬੰਧਕ ਕਮੇਟੀ ਦੇ ਚੁਣਾਵ ਦੀਆਂ। ਤੇ ਉੱਥੇ ਜਿਹੜੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ, ਡੈਲੀਗੇਟ ਦੇ ਜਿਹੜੇ ਚੁਣਾਵ ਹੋ ਰਹੇ ਨੇ, ਉੱਥੇ ਕਈ ਲੋਕਾਂ ਵੱਲੋਂ ਇਹ ਆਰੋਪ ਲਗਾਏ ਗਏ ਨੇ ਕਿ ਉਹਦੇ ਵਿੱਚ ਸਰਾਸਰ ਧਾਂਦਲੀ ਕੀਤੀ ਜਾ ਰਹੀ ਹੈ। ਅੱਜ ਜੋ ਸਾਨੂੰ ਜਾਣਕਾਰੀ ਮਿਲੀ ਹੈ ਕਿ ਕਈਆਂ ਦੇ ਪਰਚੇ ਉੱਥੇ ਰੱਦ ਵੀ ਹੋਏ ਨੇ, ਜਿਹਦੇ ਵਿੱਚ ਸਰਦਾਰ ਬਰਜਿੰਦਰ ਸਿੰਘ ਮਾਨ ਜਿਹੜੇ ਕਿ ਕਿਸਾਨੀ ਅੰਦੋਲਨ ਦੇ ਬਹੁਤ ਵੱਡਾ ਚਿਹਰਾ ਰਹੇ ਨੇ, ਉਹਨਾਂ ਦਾ ਵੀ ਜਿਹੜਾ ਪਰਚਾ ਹੈ ਉਹ ਰੱਦ ਕਰ ਦਿੱਤਾ ਗਿਆ ਹੈ। ਤੇ ਉਹਨਾਂ ਵੱਲੋਂ ਜਿਹੜੀ ਚੋਣ ਪ੍ਰਕਿਰਿਆ ਹੈ ਉਹਦੇ ਉੱਤੇ ਸਵਾਲ ਚੁੱਕੇ ਗਏ ਨੇ। ਸਾਰੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਉਹਨਾਂ ਨੇ ਪ੍ਰਬੰਧਕ ਕਮੇਟੀ ਜਿਹੜੇ ਪਿਛਲੇ ਪੁਰਾਣੇ ਡਾਇਰੈਕਟਰ ਹੈਗੇ ਉਹਨਾਂ ਦੇ ਉੱਤੇ ਵੀ ਕਈ ਆਰੋਪ ਲਗਾਏ ਨੇ। ਸਾਰੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਲਾਈਵ ਹੋ ਕੇ। ਇਹਦੇ ਵਿੱਚ ਤੁਸੀਂ ਆਪਣੇ ਕਮੈਂਟ ਇਹਦੇ ਜ਼ਰੂਰ ਪਾ ਦਿਆ ਜੇ। ਤੁਹਾਨੂੰ ਕੀ ਲੱਗਦਾ ਹੈ ਜਿਹੜੀ ਚੋਣਾਂ ਉੱਥੇ ਹੋ ਰਹੀਆਂ ਨੇ, ਚੋਣ ਪ੍ਰਕਿਰਿਆ ਹੋ ਰਹੀ ਹੈ, ਉਹ ਬਿਲਕੁਲ ਠੀਕ ਠਾਕ ਹੋ ਰਹੀ ਹੈ ਜਾਂ ਉਹਦੇ ਵਿੱਚ ਕੋਈ ਧਾਂਦਲੀ ਕੀਤੀ ਜਾ ਰਹੀ ਹੈ? ਤੁਹਾਡੇ ਕਮੈਂਟ ਜਿਹੜੇ, ਤੁਹਾਡੇ ਸੁਝਾਅ ਜਿਹੜੇ ਨੇ ਉਹ ਸਾਨੂੰ ਬਹੁਤ ਜ਼ਰੂਰੀ ਚਾਹੀਦੇ ਨੇ, ਤਾਂ ਹੀ ਅਸੀਂ ਇਹਦੇ ਵਿੱਚ ਕੁਝ ਅਸੀਂ ਆਪਣਾ ਯੋਗਦਾਨ ਪਾ ਸਕਦੇ ਹਾਂ। ਤੁਸੀਂ ਜ਼ਰੂਰ ਇਹਦੇ ਵਿੱਚ ਕਮੈਂਟ ਕਰਕੇ ਪਾਓ ਕਿ ਤੁਹਾਡੇ ਮੁਤਾਬਕ ਜਿਹੜੀਆਂ ਚੋਣ ਪ੍ਰਕਿਰਿਆ ਉੱਥੇ ਚੱਲ ਰਹੀ ਹੈ ਉਹ ਬਿਲਕੁਲ ਠੀਕ ਠਾਕ ਹੋ ਰਹੀ ਹੈ। ਕਈਆਂ ਨੇ ਸਵਾਲ ਚੁੱਕੇ ਨੇ ਕਿਉਂਕਿ ਪਿਛਲੀ ਵਾਰ ਜਿਹੜੇ ਚੋਣ ਅਧਿਕਾਰੀ ਹੈਗੇ ਸੀਗੇ ਉਹ ਇੱਕ ਸਿੱਖ ਚਿਹਰਾ ਹੈਗੇ ਸੀਗੇ, ਜਿੱਦਾਂ ਕਿ ਕੁੰਵਰ, ਸ਼ਾਇਦ ਮੈਨੂੰ ਨਾਮ ਉਹਨਾਂ ਦਾ ਭੁੱਲ ਗਿਆ, ਕੁੰਵਰ ਇੰਦਰਪਾਲ ਸਿੰਘ ਜੀ ਹੈਗੇ ਸੀ। ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਚੋਣਾਂ ਜਿਹੜੀਆਂ ਨੇ ਸੰਪੰਨ ਕਰਾਈਆਂ ਸੀਗੀਆਂ। ਤੇ ਹੁਣ ਜਿਹੜੀ ਚੋਣ ਪ੍ਰਕਿਰਿਆ ਹੋ ਰਹੀ ਹੈ, ਜਿਹੜੇ ਇੱਕ ਚੋਣ ਅਧਿਕਾਰੀ ਨਿਯੁਕਤ ਕੀਤੇ ਗਏ ਨੇ ਉਹ ਗੈਰ ਸਿੱਖ ਹੈਗੇ ਨੇ। ਏਡੀਐਮ ਸ਼ਾਇਦ ਜੈ ਭਾਰਤ ਸਿੰਘ ਹੈਗੇ ਸੀ, ਉਹਨਾਂ ਵੱਲੋਂ ਸ਼ਾਇਦ ਉਹਨਾਂ ਦੀ ਡਿਊਟੀ ਉੱਥੇ ਲਗਾਈ ਗਈ ਸੀ। ਤੇ ਉਹਦੇ ਉੱਤੇ ਵੀ ਕਈ ਸੰਗਤਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਕਿ ਗੈਰ ਸਿੱਖ ਹੋਣ ਦੇ ਕਰਕੇ ਉੱਥੇ ਜਿਹੜੀ ਚੋਣ ਪ੍ਰਕਿਰਿਆ ਹੈ ਉਹ ਪੂਰੀ ਤਰੀਕੇ ਦੇ ਨਾਲ ਠੀਕ ਠਾਕ ਨਹੀਂ ਹੋ ਰਹੀ। ਸਰਦਾਰ ਬਰਜਿੰਦਰ ਸਿੰਘ ਮਾਨ ਜਿਨ੍ਹਾਂ ਦਾ ਪਰਚਾ ਰੱਦ ਕੀਤਾ ਗਿਆ ਹੈ, ਉਹਨਾਂ ਦੇ ਨਾਲ ਹੁਣੇ ਗੱਲਬਾਤ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇੱਕ ਹੋਰ ਵੱਡੇ ਕਈ ਆਰੋਪ ਲਗਾਏ ਜਾ ਰਹੇ ਨੇ ਕਿ ਕਈ ਗੁਰਦੁਆਰੇ ਉੱਥੇ ਇਸ ਤਰ੍ਹਾਂ ਦੇ ਰਜਿਸਟਰ ਕਰਾ ਦਿੱਤੇ ਗਏ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੈ, ਲੇਕਿਨ ਉਹਦੇ ਬਾਵਜੂਦ ਉਹਨਾਂ ਨੂੰ ਰਜਿਸਟਰ ਕਰਾ ਦਿੱਤਾ ਗਿਆ ਹੈ ਇੱਕ ਨਿੱਜੀ ਹਿੱਤ ਦੇ ਲਈ, ਆਪਣੇ ਡੈਲੀਗੇਟ ਜਿੱਦਾਂ ਹੁੰਦੇ ਆਪਣੇ ਡਾਇਰੈਕਟਰ ਜ਼ਿਆਦਾ ਬਣਾਉਣ ਦੇ ਲਈ। ਸੋ ਸਾਰੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕੁਝ ਸਿੰਘਾਂ ਵੱਲੋਂ ਸਾਨੂੰ ਅੱਜ ਇੱਕ ਵੀਡੀਓ ਭੇਜੀ ਗਈ ਹੈ। ਉਹਨਾਂ ਨੇ ਆਰੋਪ ਲਗਾਇਆ ਸਿੱਧਾ ਜਿਹੜੇ ਉੱਥੇ ਦੇ ਮੌਜੂਦਾ ਕਮੇਟੀ ਦੇ ਪ੍ਰਧਾਨ ਨੇ ਸਰਦਾਰ ਸੇਵਾ ਸਿੰਘ ਜੀ, ਉਹਨਾਂ ਤੇ ਆਰੋਪ ਲਗਾਇਆ ਕਿ ਤੁਸੀਂ ਉਹ ਪਹਿਲਾਂ ਇਹ ਵੀਡੀਓ ਦੇਖੋ ਜਰਾ, ਇਹਦੀ ਸਾਰੀ ਗੱਲਬਾਤ ਸੁਣੋ, ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਕਹਿੰਦੇ ਆ ਕਿ ਇਸ ਤਰ੍ਹਾਂ ਦੇ ਗੁਰਦੁਆਰੇ ਵੀ ਸ਼ਾਮਲ ਕਰ ਲਏ ਗਏ ਨੇ ਜਿਨ੍ਹਾਂ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੈ। ਮਾਰਚ 2022 ਨੂੰ ਅਸੀਂ ਗੁਰਦੁਆਰਾ ਸਿੰਘ ਸਭਾ ਬਿਲਈਆ ਇਹ ਉੱਥੇ ਗੁਰੂ ਘਰ ਜਾ ਕੇ ਤੇ ਉੱਥੇ ਜਾ ਕੇ ਇਹਨਾਂ ਨੇ ਵੀਡੀਓ ਬਣਾਈ ਹੈ ਕਿ ਇਸ ਗੁਰਦੁਆਰੇ ਨੂੰ ਵੀ ਰਜਿਸਟਰ ਕਰ ਦਿੱਤਾ ਗਿਆ ਹੈ। ਤੁਸੀਂ ਦੇਖ ਰਹੇ ਹੋ, ਕਹਿੰਦੇ ਆ ਕਿ ਇਸ ਗੁਰੂ ਘਰ ਦੇ ਅੰਦਰ ਜਿਹੜਾ ਹੈ ਪ੍ਰਕਾਸ਼ ਵੀ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ। ਉਹ ਸਥਾਨ ਹੈ ਜਿੱਥੇ ਗੁਰੂ ਪਾਤਸ਼ਾਹ ਜੀ ਦੇ ਸਰੂਪ ਪਹਿਲਾਂ ਆਪਣਾ ਹੈਗੇ ਸੀਗੇ। ਹੁਣ ਇਸ ਜਗ੍ਹਾ ਤੇ ਆਪ ਜੀ ਦੇਖ ਰਹੇ ਹੋ ਕਿ ਜੋ ਫੋਟੋਆਂ ਨੇ ਜਾਂ ਥੋੜਾ ਬਹੁਤ ਸਮਾਨ ਰੱਖਿਆ ਹੋਇਆ ਹੈ, ਤੇ ਬਾਕੀ ਇਸ ਸਮੇਂ ਜਿਹੜਾ ਹੈ ਗੁਰੂ ਪਾਤਸ਼ਾਹ ਜੀ ਦੇ ਸਰੂਪ ਜਿਹੜੇ ਨੇ ਗੁਰਦੁਆਰਾ ਮਝੋਲਾ ਵਿਖੇ ਪਹੁੰਚਾ ਦਿੱਤੇ ਗਏ ਹਨ ਤੇ ਇਸ ਸਥਾਨ ਤੇ ਇਸ ਟਾਈਮ ਗੁਰੂ ਪਾਤਸ਼ਾਹ ਜੀ ਦੇ ਸਰੂਪ ਨਹੀਂ ਹਨ। ਤੇ ਇਹ ਚੀਜ਼ ਜਿਹੜੀ ਹੈ ਆਪਣਾ ਸੇਵਾ ਸਿੰਘ ਜੀ ਦੇ ਜੋ ਆਪਣੇ ਪ੍ਰਧਾਨ ਨੇ, ਸਤਿਕਾਰਯੋਗ ਨੇ, ਉਹਨਾਂ ਦੇ ਇਸ਼ਾਰੇ ਦੇ ਉੱਤੇ ਇਹ ਜਿਹੜਾ ਆਪਣਾ ਕਿਹਾ ਦਾ ਕੰਮ ਹੋਇਆ ਹੈ ਬਹੁਤ ਜ਼ਿਆਦਾ ਗਲਤ ਹੋਇਆ। ਇਹਨਾਂ ਵੱਲੋਂ ਸਿੱਧਾ ਆਰੋਪ ਲਗਾਇਆ ਗਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਨੇ, ਮੌਜੂਦਾ ਪ੍ਰਧਾਨ ਸਰਦਾਰ ਸੇਵਾ ਸਿੰਘ ਜੀ, ਉਹਨਾਂ ਦੇ ਉੱਤੇ ਕਿ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੇ ਲਈ ਇਸਤੇਮਾਲ ਕੀਤਾ ਜਾ ਰਿਹਾ ਆਪਣੇ ਪਦ ਦਾ। ਸੋ ਜਿਨ੍ਹਾਂ ਦਾ ਅੱਜ ਪਰਚਾ ਰੱਦ ਕੀਤਾ ਗਿਆ ਸਰਦਾਰ ਬਰਜਿੰਦਰ ਸਿੰਘ ਮਾਨ ਸਾਹਿਬ, ਉਹਨਾਂ ਨੂੰ ਕਾਲ ਤੇ ਲੈਣੇ ਆ ਤੇ ਆਖਰ ਉਹਨਾਂ ਦਾ ਕੀ ਕਹਿਣਾ। ਉਹਨਾਂ ਨੇ ਚੋਣ ਪ੍ਰਕਿਰਿਆ ਤੇ ਸਵਾਲ ਚੁੱਕੇ ਨੇ, ਉਹਨਾਂ ਦਾ ਜਿਹੜਾ ਪਰਚਾ ਰੱਦ ਕੀਤਾ ਗਿਆ। ਸੋ ਜੁੜੇ ਰਹੋ ਸਾਡੇ ਨਾਲ ਤੇ ਆਪਣੇ ਤੁਸੀਂ ਵਿਚਾਰ ਇਹਦੇ ਵਿੱਚ ਜ਼ਰੂਰ ਰੱਖਦੇ ਰਹੋ।
ਸਿੱਧਾ ਅਸੀਂ ਹੁਣ ਲਾਈਵ ਕਾਲ ਤੇ ਲੈਣ ਜਾ ਰਹੇ ਹਾਂ ਸਰਦਾਰ ਬਲਜਿੰਦਰ ਸਿੰਘ ਮਾਨ ਸਾਹਿਬ ਜੀ ਨੂੰ। ਉਹਨਾਂ ਨੇ ਸਵਾਲ ਚੁੱਕੇ ਨੇ ਪੂਰੀ ਚੋਣ ਪ੍ਰਕਿਰਿਆ ਤੇ। ਹੈਲੋ ਮਾਨ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਨ ਸਾਹਿਬ ਜੀ, ਇਸ ਵੇਲੇ ਮੈਂ ਲਾਈਵ ਹੈਗਾ, ਤੁਹਾਨੂੰ ਬਹੁਤ ਸੰਗਤਾਂ ਸੁਣ ਰਹੀਆਂ ਨੇ ਤੇ ਅੱਜ ਜੋ ਸਾਨੂੰ ਜਾਣਕਾਰੀ ਮਿਲੀ ਹੈ ਕਿ ਤੁਹਾਡਾ ਪਰਚਾ ਜਿਹੜਾ ਉਹ ਰੱਦ ਕਰ ਦਿੱਤਾ ਗਿਆ ਹੈ, ਜਿਹੜਾ ਡੈਲੀਗੇਟ ਦਾ ਪਰਚਾ ਸੀਗਾ। ਤੇ ਤੁਸੀਂ ਚੋਣ ਪ੍ਰਕਿਰਿਆ ਤੇ ਸਵਾਲ ਵੀ ਚੁੱਕੇ ਨੇ ਤੇ ਸਾਨੂੰ ਦੱਸ ਸਕਦੇ ਹੋ ਕਿ ਤੁਹਾਡਾ ਪਰਚਾ ਕਿਉਂ ਰੱਦ ਕਰ ਦਿੱਤਾ ਗਿਆ? ਇਹਦੀ ਇੱਕ ਪਰਚਾ ਰੱਦ ਨਹੀਂ ਹੋਇਆ, ਲਗਭਗ 100 ਤੋਂ ਜ਼ਿਆਦਾ ਪਰਚੇ ਰੱਦ ਕੀਤੇ ਗਏ ਨੇ ਚੁਣਾਵ ਅਧਿਕਾਰੀ ਦੁਆਰਾ। ਉਹ ਸਾਰੇ ਲੋਕ ਉੱਥੇ ਅੱਜ ਮੌਜੂਦ ਸਨ ਤੇ ਬੜਾ ਰੋਸ਼ ਉਹਨਾਂ ਦੇ ਵਿੱਚ, ਕਿਉਂਕਿ ਕਈ ਜਗ੍ਹਾ ਦੇ ਵਿੱਚ ਪਿੰਡਾਂ 'ਚ ਸਹਿਮਤੀ ਨਹੀਂ ਹੋ ਪਾਈ ਗੁਰੂ ਘਰਾਂ ਦੇ ਵਿੱਚ, ਉੱਥੋਂ 2 ਪਰਚੇ ਆ ਗਏ ਸੀ ਭਰ ਕੇ। ਤੇ ਹੋਣਾ ਤਾਂ ਇਹ ਚਾਹੀਦਾ ਸੀ ਕਿ ਜਿੱਥੋਂ 2 ਪਰਚੇ ਆ ਗਏ ਭਰ ਕੇ ਉੱਥੇ ਚੁਣਾਵ ਕਰਾਇਆ ਜਾਂਦਾ। ਜਿਹਨੂੰ ਸੰਗਤ ਚੁਣ ਕੇ ਭੇਜਦੀ ਉਹ ਅੱਗੇ ਡੈਲੀਗੇਟ ਬਣ ਕੇ ਚਲੇ ਜਾਂਦਾ, ਔਰ ਜਿਹਨੂੰ ਨਹੀਂ ਚੁਣਦੀ ਉਹ ਨਾ ਜਾਂਦਾ। ਲੇਕਿਨ ਚੁਣਾਵ ਅਧਿਕਾਰੀ ਨੇ ਕੀ ਕਰਿਆ ਹੈ ਕਿ ਉਹ ਸਾਰੇ ਜਿੰਨੇ ਪਰਚੇ ਸੀਗੇ 100 ਤੋਂ ਵੱਧ ਸਾਰੇ ਉਹਨੇ ਕੈਂਸਲ ਕਰਤੇ ਹੈ। ਜਿੱਥੋਂ 2-2 ਪਰਚੇ ਸੀਗੇ ਉਹ ਦੋਵੇਂ ਕੈਂਸਲ ਕਰਤੇ ਹੈ, ਯਾਨੀ ਕਿ 100 ਤੋਂ ਜ਼ਿਆਦਾ ਡੈਲੀਗੇਟ ਜਿਹੜੇ ਆ ਉਹ ਕੈਂਸਲ ਕੀਤੇ ਗਏ ਚੁਣਾਵ ਅਧਿਕਾਰੀ ਦੁਆਰਾ। ਮਾਨ ਸਾਹਿਬ ਜੀ, ਬਾਇਲਾਜ ਕੀ ਕਹਿੰਦਾ, ਜਿਹੜਾ ਬਾਇਲਾਜ ਬਣਿਆ ਹੋਇਆ ਉਹਦੇ ਅਕੋਰਡਿੰਗ ਕੀ ਨਿਯਮ ਹੈਗੇ ਆ? ਬਾਇਲਾਜ ਤਾਂ ਇਹ ਕਹਿੰਦਾ ਹੈ ਕਿ ਚੁਣਾਵ ਕਰਾਇਆ ਜਾਵੇ, ਜਿੱਥੇ 2 ਪਰਚੇ ਭਰੇ ਗਏ ਨੇ ਉੱਥੋਂ ਚੁਣਾਵ ਕਰਾਇਆ ਜਾਣਾ ਚਾਹੀਦਾ। ਚੁਣਾਵ ਕੌਣ ਕਰਾਏਗਾ? ਪਿੰਡ ਦੀ ਸੰਗਤ ਕਰਾਏਗੀ ਜਾਂ ਕੋਈ ਸਰਕਾਰ ਵੱਲੋਂ ਪ੍ਰਬੰਧ ਇਹਦਾ ਕੀਤਾ ਗਿਆ? ਉਹਦੇ ਵਿੱਚ ਪਿੰਡ ਦੇ ਵਿੱਚ ਹੀ ਚੁਣਾਵ ਅਧਿਕਾਰੀ ਨਿਯੁਕਤ ਕੀਤਾ ਜਾਂਦਾ ਹੈ, ਉੱਥੋਂ ਦੇ ਪ੍ਰਧਾਨ ਔਰ ਸੈਕਟਰੀ ਨਿਯੁਕਤ ਕਰਦੇ ਆ ਜੀ ਚੁਣਾਵ ਅਧਿਕਾਰੀ ਨੂੰ। ਤੇ ਉਹ ਚੁਣਾਵ ਅਧਿਕਾਰੀ ਦੀ ਡਿਊਟੀ ਹੁੰਦੀ ਹੈ ਕਿ ਚੁਣਾਵ ਕਰਕੇ ਜਿਹੜਾ ਪ੍ਰਤਿਆਸ਼ੀ ਜਿਹਨੂੰ ਜ਼ਿਆਦਾ ਵੋਟ ਪੈਂਦੇ ਨੇ, ਔਰ ਉਹਦੇ ਵਿੱਚ ਸਾਬਤ ਸੂਰਤ ਗੁਰਸਿੱਖ, ਸਿੱਖ ਔਰ ਮਾਤਾਵਾਂ ਭੈਣਾਂ ਸਾਡੀਆਂ ਪਾ ਸਕਦੀਆਂ ਨੇ ਵੋਟ। ਔਰ ਉਹ ਇੱਕ ਪ੍ਰਕਿਰਿਆ ਹੈ, ਉਹਦੇ ਤਹਿਤ ਜਿਹੜਾ ਚੁਣ ਕੇ ਆਉਣੇ ਚਾਹੀਦੇ ਆ। ਇਸ ਤਰੀਕੇ ਨਾਲ ਤੁਹਾਡਾ ਜਦੋਂ ਪਰਚਾ ਰੱਦ ਕੀਤਾ ਗਿਆ ਤੇ ਕਾਰਨ ਕੀ ਦੱਸਿਆ ਗਿਆ ਉਹਦਾ? ਅਧਿਕਾਰੀ ਨੇ ਕੋਈ ਕਾਰਨ ਨਹੀਂ ਦੱਸਿਆ। ਅਸੀਂ ਬਾਰ-ਬਾਰ ਪੁੱਛਿਆ ਕਾਰਨ ਕੌਣ ਹੈਗੇ, ਥੋੜਾ ਜਿਹਾ ਨਾਮ ਦੱਸ ਸਕਦੇ ਹੋ ਉਹਨਾਂ ਦਾ? ਇਹ ਏਡੀਐਮ ਹੈਗੇ ਨੇ ਪ੍ਰਸ਼ਾਸਨ ਦੇ, ਜੈ ਭਾਰਤ ਸਿੰਘ ਉਹਨਾਂ ਦਾ ਨਾਮ ਹੈ। ਹਾਂਜੀ, ਉਹਨਾਂ ਦੁਆਰਾ ਇੱਕ ਅਧਿਕਾਰੀ ਹੀ ਚੁਣਾਵ ਕਰਾ ਰਿਹਾ ਕਿ 2 ਸਟੇਟਾਂ ਦਾ ਚੁਣਾਵ ਹੈ, ਉੱਤਰ ਪ੍ਰਦੇਸ਼ ਦਾ, ਉੱਤਰਾਖੰਡ ਦਾ, ਜੋ ਕਿ ਸਿਰਫ ਇੱਕ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਇੱਕ ਅਧਿਕਾਰੀ ਇੰਨਾ ਵੱਡਾ ਚੁਣਾਵ ਨਹੀਂ ਕਰਾ ਸਕਦਾ, ਉਹਦੇ ਵੱਸ ਦੀ ਗੱਲ ਨਹੀਂ। ਅੱਜ 3 ਦਿਨ ਹੋ ਗਏ ਹੈ ਉਸ ਅਧਿਕਾਰੀ ਨੂੰ, 2 ਰਾਤਾਂ ਸਾਡੇ ਸਾਹਮਣੇ ਹੋ ਗਏ ਜਾਗਦੇ ਹੋਏ। ਅੱਜ ਦਾ ਦਿਨ ਵੀ ਪੂਰਾ ਉਹਨੇ ਕੰਮ ਕੀਤਾ ਹੈ। ਘੱਟ ਤੋਂ ਘੱਟ ਉਹਦੇ ਵਿੱਚ 8-10 ਅਧਿਕਾਰੀ ਹੋਣ, ਵਰਿਸ਼ਟ ਅਧਿਕਾਰੀ ਹੋਣ, ਆਈਐਸ। ਇੱਕ ਚੀਜ਼ ਮੈਨੂੰ ਦੱਸੋ, ਬਾਇਲਾਜ ਕੀ ਕਹਿੰਦਾ? ਜੇ ਇੱਕ ਥਾਂ ਤੋਂ 2 ਨਾਮ ਆ ਚੁੱਕੇ ਨੇ ਤੇ ਉਹਨਾਂ ਨੂੰ ਕੀ ਰੱਦ ਕਰਨ ਦਾ ਬਾਇਲਾਜ ਵਿੱਚ ਨਿਯਮ ਹੈਗਾ? ਉਹਦੇ ਵਿੱਚ ਕੋਈ ਸਪਸ਼ਟ ਨਿਯਮ ਨਹੀਂ ਹੈਗਾ ਜੀ, ਕੋਈ ਸਪਸ਼ਟ ਨਿਯਮ ਨਹੀਂ ਹੈ। ਲੇਕਿਨ ਅਗਰ ਚੁਣਾਵ, ਆਪਾਂ ਨੂੰ ਚੁਣਾਵ ਕਹਿੰਦੇ ਆ, ਤਾਂ ਚੁਣਾਵ ਤੇ ਤਾਂ ਹੀ ਮੰਨਿਆ ਜਾਏਗਾ ਕਿ 2 ਕੈਂਡੀਡੇਟ ਦੇ ਵਿੱਚ ਚੁਣਾਵ ਹੋਵੇ ਔਰ ਜਿਹੜਾ ਜੇਤੂ ਹੋਵੇ ਉਹਨੂੰ ਡੈਲੀਗੇਟਸ ਮੰਨਿਆ ਜਾਵੇ, ਜਿਹੜਾ ਜੇਤੂ ਨਾ ਹੋਵੇ ਉਹਨੂੰ ਨਹੀਂ ਮੰਨਿਆ ਜਾਵੇ। ਤੇ ਤੁਹਾਡੇ ਸਾਹਮਣੇ ਜਿਹੜਾ ਸੀਗਾ 2, ਤੁਸੀਂ ਕਹਿੰਦੇ ਤੁਹਾਡੇ ਇਲਾਕੇ, ਤੁਹਾਡੇ ਪਿੰਡ ਤੋਂ, ਤੇ ਦੋਨਾਂ ਦੇ ਪਰਚੇ ਰੱਦ ਕਰ ਦਿੱਤੇ ਗਏ ਆ? ਦੇਖੋ ਜੀ, ਇੱਕ ਤਾਂ ਇਹ ਜਿਹੜੀ ਚੁਣਾਵੀ ਪ੍ਰਕਿਰਿਆ ਨਾ ਬਹੁਤ ਜ਼ਿਆਦਾ ਜਟਿਲ ਕਰਤੀ ਹੈ। ਠੀਕ ਹੈ ਜੀ। ਇਹਦੇ ਵਿੱਚ 6-7 ਫਾਰਮ ਤੁਹਾਨੂੰ ਫਿਲ ਕਰਨੇ ਹੁੰਦੇ ਨੇ, ਠੀਕ ਹੈ, ਔਰ ਫਾਰਮ ਭਰ ਕੇ ਫਿਰ ਉਹ ਐਸਡੀਐਮ ਦੇ ਉੱਥੇ ਜਾ ਕੇ ਉਹਦੀ ਰਿਸੀਵਿੰਗ ਲੈਣੀ ਹੁੰਦੀ ਹੈ। ਜਟਿਲ ਕੀ, ਜਿਸ ਤਰ੍ਹਾਂ ਦੇ ਪਹਿਲੇ ਹੋਏ ਹੋਣੇ ਉਸ ਤਰ੍ਹਾਂ ਦਾ ਹੀ ਹੈ ਜਾਂ ਇਹਦੇ ਕੇ ਫੇਰ ਬਦਲ ਕੀਤਾ ਗਿਆ? ਇਹਦੇ 'ਚ ਫੇਰ ਬਦਲ ਕੀਤਾ ਗਿਆ ਹੈ ਔਰ ਬਹੁਤ ਜ਼ਿਆਦਾ ਜਟਿਲਤਾ ਕਰ ਦਿੱਤੀ ਗਈ ਹੈ। ਇਹਨੂੰ ਫਾਰਮ ਨੂੰ ਆਮ ਬੰਦਾ ਸਮਝ ਹੀ ਨਹੀਂ ਸਕਦਾ। ਉਹਨੂੰ ਭਰਨਾ ਦੂਰ ਹੈ, ਭਰਨਾ ਤਾਂ ਦੂਰ ਹੈ, ਉਹਨੂੰ ਉਹਦੀ ਪ੍ਰਕਿਰਿਆ ਹੀ ਸਮਝਣ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਲੱਗ ਜਾਏਗਾ। ਤੇ ਉਹ ਐਸਡੀਐਮ ਤੋਂ ਉਹਨੂੰ ਮਾਰਕ ਕਰਾਉਣਾ ਹੁੰਦਾ ਹੈ, ਫਿਰ ਥਾਣੇ 'ਚ ਲੈ ਕੇ ਜਾਓ, ਫਿਰ ਉਹਨੂੰ ਆਨਲਾਈਨ ਕਰਾਉਣਾ ਹੁੰਦਾ ਹੈ। ਕਈ ਪਰਚੇ ਪਹਿਲਾਂ ਅਧਿਕਾਰੀ ਨੇ ਕਿਹਾ ਕਿ ਜੋ ऑनलाइन पहले आएगा उसको हम मानेंगे, मान्यता देंगे। लेकिन उत्थे जिहड़ी वैबसाइट है गुरुद्वारा साहिब दी, गुरुद्वारा नानक मता साहिब दी, ਉਹਦੇ ਉੱਤੇ ਇੰਨੀ ਜ਼ਿਆਦਾ ਆਨਲਾਈਨ ਜਿਹੜੀ ਹੈ ਵੈਬਸਾਈਟ ਦੇ ਉੱਤੇ ਪੇਪਰ ਆ ਗਏ ਹੈ ਕਿ ਉਹਦੇ 'ਚ ਅਸੀਂ ਖੋਲ ਕੇ ਦੇਖ ਹੀ ਨਹੀਂ ਸਕਦੇ ਕਿ ਸਾਡਾ ਪੇਪਰ ਕਿੱਥੇ ਹੈ।
ਤੇ ਕਿਉਂਕਿ ਫਿਰ 1300 ਤੋਂ ਜਿਹਦਾ ਪਰਚਾ ਰੱਦ ਕੀਤਾ ਗਿਆ, ਫਿਰ ਤੁਸੀਂ ਮੰਗ ਕੀ ਕਰਦੇ ਹੋ? ਤੁਹਾਡੀ ਅਗਲੀ ਰਣਨੀਤੀ ਕੀ ਹੈ? ਤੁਸੀਂ ਇਹਦੇ ਮੁਤਲਕ ਤੁਸੀਂ ਕੀ ਕਰਨਾ ਚਾਹੁੰਦੇ ਹੋ? ਫਿਰ ਆਪਣੀ ਜਿਹੜੀ ਹੈ ਚੋਣ ਪ੍ਰਕਿਰਿਆ ਬਿਲਕੁਲ ਠੀਕ ਠਾਕ ਤਰੀਕੇ ਨਾਲ ਸੰਪੰਨ ਹੋ ਸਕੇ। ਦੇਖੋ ਜੀ, ਇਹਦੇ ਵਿੱਚ ਬਹੁਤ ਸਾਰੇ ਗੁਰੂ ਘਰ ਰਜਿਸਟਰਡ ਹੀ ਨਹੀਂ ਹੋ ਪਾਏ, ਠੀਕ ਹੈ। ਇਹ ਬਹੁਤ ਘੱਟ ਟਾਈਮ ਦਿੱਤਾ ਗਿਆ ਹੈ। ਇੰਨੀ ਜਲਦਬਾਜ਼ੀ ਕਿਉਂ ਕੀਤੀ ਗਈ ਚੁਣਾਵ ਕਰਾਉਣ ਦੇ ਵਿੱਚ, ਸਾਡੀ ਸਮਝ ਤੋਂ ਬਾਹਰ ਹੈ। ਉਹ ਇਹਦੇ ਲਈ ਥੋੜਾ ਟਾਈਮ ਦਿੱਤਾ ਜਾਣਾ ਚਾਹੀਦਾ ਸੀ। ਪਹਿਲਾਂ ਸਾਰੇ ਗੁਰੂ ਘਰ ਰਜਿਸਟਰਡ ਹੁੰਦੇ, ਸਾਰੇ ਰਜਿਸਟਰ ਹੋ ਜਾਂਦੇ, ਫਿਰ ਉਹਦੇ 'ਚ ਦੇਖਿਆ ਜਾਂਦਾ ਕਿ ਕਿਸ ਗੁਰੂ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ, ਕਿੱਥੇ ਮਰਿਆਦਾ ਨਾਲ ਪਾਠ ਹੁੰਦਾ ਹੈ ਜਾਂ ਉੱਥੇ ਨਹੀਂ ਹੁੰਦਾ, ਮਹਾਰਾਜ ਦੇ ਸਰੂਪ ਹੈਗੇ ਨੇ ਕਿ ਨਹੀਂ ਹੈਗੇ। ਬਹੁਤ ਸਾਰੇ ਗੁਰਦੁਆਰਾ ਐਸੇ ਨੇ, ਗੁਰੂ ਘਰ ਐਸੇ ਨੇ ਜਿੱਥੇ ਮਹਾਰਾਜ ਦੇ ਸਰੂਪ ਹੀ ਨਹੀਂ ਹੈ, ਲੇਕਿਨ ਉੱਥੇ ਉਹਨਾਂ ਦਾ ਰਜਿਸਟ੍ਰੇਸ਼ਨ ਹੋ ਗਿਆ ਔਰ ਤੁਸੀਂ ਉੱਥੋਂ ਡੈਲੀਗੇਟ ਵੀ ਬਣ ਗਏ। ਇਹ ਤੁਸੀਂ ਕਹਿ ਰਹੇ ਹੋ ਕਿ ਕਈ ਗੁਰੂ ਘਰਾਂ ਦੇ ਵਿੱਚ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੈ, ਉਹਨਾਂ ਦਾ ਰਜਿਸਟ੍ਰੇਸ਼ਨ ਹੋ ਗਿਆ, ਤੇ ਉਹ ਰਜਿਸਟ੍ਰੇਸ਼ਨ ਕਿਹਨਾਂ ਵੱਲੋਂ ਕਰਾਇਆ ਗਿਆ? ਕੀ ਮਨਸ਼ਾ ਹੈ? ਉਹ ਰਜਿਸਟ੍ਰੇਸ਼ਨ ਜਿਹੜਾ ਪਹਿਲਾਂ ਡਾਇਰੈਕਟਰ ਰਹੇ ਨੇ, ਜੋ ਵੀ ਜਿਹੜੇ ਏਰੀਆ ਦੇ ਡਾਇਰੈਕਟਰ ਹੈ, ਜਿਹੜੀ ਤਹਿਸੀਲ ਦੇ ਰਹੇ ਨੇ, ਜ਼ਿਆਦਾਤਰ ਉਹਨਾਂ ਵੱਲੋਂ ਕਰਾਏ ਗਏ ਨੇ ਰਜਿਸਟ੍ਰੇਸ਼ਨ। ਔਰ ਉਹਨਾਂ ਨੇ ਸਿਰਫ ਵੋਟ ਲੈਣ ਦੀ ਖਾਤਰ ਕਿ ਸਾਡਾ ਇੱਕ ਤੇ ਡੈਲੀਗੇਟ ਨਿਯੁਕਤ ਹੋ ਜਾਏ, ਚਾਹੇ ਉੱਥੇ ਮਰਿਆਦਾ ਰਵੇ, ਚਾਹੇ ਬਚੇ ਚਾਹੇ ਨਾ ਬਚੇ, ਸਿਰਫ ਸਾਡਾ ਡੈਲੀਗੇਟ ਤਿਆਰ ਹੋ ਜਾਏ। ਨਹੀਂ ਤੇ ਇਹ ਉੱਥੇ ਜਾ ਕੇ ਮਰਿਆਦਾ ਦੇਖਣ ਦੀ ਜ਼ਿੰਮੇਵਾਰੀ ਕਿਹਦੀ ਹੈ? ਇਹ ਕੌਣ ਦੇਖੇਗਾ ਜ਼ਿੰਮੇਵਾਰੀ? ਦੇਖੋ ਜੀ, ਉੱਥੇ ਜਿਹੜਾ ਇਸ ਟਾਈਮ ਪ੍ਰਸ਼ਾਸਨਿਕ ਅਧਿਕਾਰੀ ਹੈ, ਇੱਕ ਤਾਂ ਉਹ ਸਿੱਖ ਚਿਹਰਾ ਨਹੀਂ ਹੈ, ਠੀਕ ਹੈ। ਸਾਡੀ ਮੰਗ ਇਹ ਹੈ ਕਿ ਇੱਕ ਕੋਈ ਵੀ ਸਿੱਖ ਅਧਿਕਾਰੀ, ਉਹ ਵੀ ਸੀਨੀਅਰ ਅਧਿਕਾਰੀ ਹੋਵੇ, IAS, ਜਿਹਨੂੰ ਸਿੱਖ ਰਹਿਤ ਮਰਿਆਦਾ ਪਤਾ ਹੋਵੇ, ਉਹ ਚੁਣਾਵ ਕਰਾਵੇ। ਫਿਰ ਸਾਡੀਆਂ ਕਮੇਟੀਆਂ ਨੇ, ਸਾਡੀ ਸ਼੍ਰੋਮਣੀ ਕਮੇਟੀ ਹੈ, ਉੱਥੋਂ 2 ਲੋਕ 3 ਲੋਕ ਆਉਣ, ਠੀਕ ਹੈ, ਨਿਯੁਕਤ ਹੋ ਕੇ ਉਹਨਾਂ ਦੀ ਦੇਖ ਰੇਖ ਵਿੱਚ ਚੁਣਾਵ ਹੋਣ। ਕਿਉਂਕਿ ਇਹ ਸਾਰਾ ਹੀ ਪ੍ਰਕਿਰਿਆ ਸਿਰਫ ਇੱਕ ਹੀ ਅਧਿਕਾਰੀ ਨੂੰ ਸੌਂਪ ਦਿੱਤੀ ਗਈ ਹੈ ਔਰ ਉਹ ਅਧਿਕਾਰੀ ਪੂਰਾ ਡਿਕਟੇਟਰ ਹੈ, ਕਿਸੇ ਦੀ ਸੁਣਦਾ ਨਹੀਂ। ਕੋਈ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੋ ਤੇ ਉਹ ਗੱਲ ਨਹੀਂ ਕਰਦਾ। ਔਰ ਉੱਥੇ ਸਟਾਫ ਦੀ ਬਹੁਤ ਕਮੀ ਹੈ, ਸਟਾਫ ਨਹੀਂ ਹੈਗਾ ਉਹਨਾਂ ਦੇ ਕੋਲ। ਤੇ ਇਹ ਜੋ ਜਿਹੜੀ ਜਗ੍ਹਾ ਤੋਂ ਡਬਲਿੰਗ ਹੋਈ ਹੈ, ਦੋ ਡੈਲੀਗੇਟਸ ਨੇ ਪਰਚੇ ਭਰੇ ਨੇ, ਉਹਦੀ ਜਿਹੜਾ ਨਿਸਤਾਰਾ ਜਿਹੜਾ ਹੈ ਉਹ ਸਹੀ ਢੰਗ ਨਾਲ ਹੋਵੇ। ਸੰਗਤ ਇੱਕ ਨੂੰ ਚਾਹੁੰਦੀ ਹੈ, ਉਹਨੂੰ ਚੁਣਿਆ ਜਾਵੇ, ਇਹ ਨਹੀਂ ਕਿ ਦੋਵਾਂ ਨੂੰ ਖਾਰਿਜ ਕਰ ਦਿੱਤਾ ਜਾਵੇ। ਜ਼ਿਆਦਾਤਰ ਇਹ ਹੋ ਰਿਹਾ ਕਿ ਦੋਵੇਂ ਡੈਲੀਗੇਟ, ਮੰਨ ਲਓ 2 ਨਾਮ ਆਏ ਸੀਗੇ ਤੇ ਦੋਨਾਂ ਦੇ ਵਿੱਚ ਚੁਣਾਵ ਹੋਣਾ ਚਾਹੀਦਾ ਸੀ, ਰੱਦ ਨਹੀਂ ਹੋਣੇ ਚਾਹੀਦੇ ਸੀ। ਰੱਦ ਨਹੀਂ ਹੋਣੇ ਚਾਹੀਦੇ ਸੀ, ਦੋਵਾਂ ਚੋਂ ਇੱਕ ਨੂੰ ਚੁਣ ਕੇ ਸੰਗਤ ਭੇਜ ਦਿੰਦੀ, ਇੱਕ ਤਾਂ ਘੱਟੋ ਘੱਟ ਚੁਣਿਆ ਜਾਣਾ ਚਾਹੀਦਾ ਸੀ। ਬਿਲਕੁਲ ਜੀ। ਸੋ ਜਾਂਦੇ ਜਾਂਦੇ ਕੁਝ ਹੋਰ ਕਹਿਣਾ ਚਾਹੋਗੇ ਮਾਨ ਸਾਹਿਬ ਜੀ? ਹੁਣ ਤੁਹਾਡਾ ਅਗਲਾ ਸਟੈਪ ਕੀ ਹੈ? ਕੀ ਸੰਗਤ ਸੁਣ ਰਹੀ ਹੈ? ਸੰਗਤ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਸੰਗਤ ਜਾਗਰੂਕ ਹੋਵੇ। ਦੇਖੋ, ਪਿਛਲੇ 5 ਸਾਲ ਤੋਂ ਤਾਂ ਕਮੇਟੀ ਰਹੀ ਹੈ, ਲੇਕਿਨ ਸੰਗਤ ਖੁਦ ਜਾਣਦੀ ਹੈ ਉੱਥੇ ਕੋਈ ਗੁਰੂ ਘਰ ਦੀ ਕੋਈ ਜ਼ਿਆਦਾ ਤਰੱਕੀ ਨਹੀਂ ਹੋਈ। ਉੱਥੇ ਕੋਈ ਗੁਰੂ ਘਰ ਦੇ ਵਿੱਚ ਕੋਈ ਨਵੀਂ ਚੀਜ਼ ਨਹੀਂ ਬਣੀ, ਕੋਈ ਕੁਛ ਨਹੀਂ ਹੋਇਆ। ਇੰਨਾ ਫੰਡ ਆਇਆ 4 ਕਰੋੜ ਰੁਪਈਆ ਪਹਿਲਾਂ ਉੱਥੇ ਸੀਗਾ ਫੰਡ, ਜਦੋਂ ਰਿਸੀਵਰ ਸੀ ਛੱਡ ਕੇ ਗਏ ਸੀ। ਉਹ 4 ਕਰੋੜ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ। ਉਦੋਂ ਬਾਅਦ ਫਿਰ ਹਰ ਮਹੀਨੇ ਦੀ ਗੋਲਕ ਹੈ, ਉਹਦਾ ਕੋਈ ਹਿਸਾਬ ਨਹੀਂ ਹੈ। ਉੱਥੇ ਮੇਲਾ ਲੱਗਦਾ ਹੈ, ਜ਼ਮੀਨਾਂ ਹੈ ਉੱਥੇ ਗੁਰੂ ਘਰ ਦੀਆਂ। ਤੇ ਘੱਟੋ ਘੱਟ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ, ਪੁੱਛਣਾ ਚਾਹੀਦਾ ਆ ਕੇ, ਔਰ ਇਹਦੇ ਪਾਰਟਿਸਿਪੇਟ ਕਰਨਾ ਚਾਹੀਦਾ ਇਲੈਕਸ਼ਨ ਦੇ ਵਿੱਚ। ਜੀ ਮਾਨ ਸਾਹਿਬ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਰੀ ਗੱਲਾਂ ਸਾਨੂੰ ਦੱਸੀਆਂ। ਜੀ ਜੀ, ਫਤਿਹ ਦੀ ਠੀਕ ਹੈ ਭਾਈ। ਤੁਹਾਡੇ ਤੋਂ ਵਿਦਾ ਮੰਗਦੇ ਹਾਂ ਅਸੀਂ। ਹੁਣ ਜਿਹੜੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹੈਗੇ ਨੇ ਸੇਵਾ ਸਿੰਘ ਜੀ, ਉਹਨਾਂ ਨੂੰ ਇਹ ਕਾਲ ਤੇ ਲੈ ਕੇ ਇਹਦੇ ਮੁਤਲਕ ਸਾਰੀ ਜਾਣਕਾਰੀ ਉਹਨਾਂ ਤੋਂ ਹੀ ਪ੍ਰਾਪਤ ਕਰਨੀ ਹੈ। ਠੀਕ ਹੈ ਭਾਈ। ਮਾਨ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਇਹ ਸਨ ਸਾਡੇ ਨਾਲ ਜੁੜੇ ਹੋਏ ਬਲਜਿੰਦਰ ਸਿੰਘ ਮਾਨ ਸਾਹਿਬ, ਜਿਹੜੇ ਕਿ ਕਿਸਾਨੀ ਅੰਦੋਲਨ ਦਾ ਬਹੁਤ ਵੱਡਾ ਚਿਹਰਾ ਰਹੇ ਨੇ। ਭਾਰਤੀ ਕਿਸਾਨ ਯੂਨੀਅਨ ਟਿਕੈਤ ਦੇ ਉੱਤਰਾਖੰਡ, ਉੱਤਰ ਪ੍ਰਦੇਸ਼, ਅਤਰਾਈ ਦੀ ਬੈਲਟ ਦੇ ਜਿਹੜੇ ਪ੍ਰਭਾਰੀ ਨੇ। ਇਹਨਾਂ ਦੀ ਦੇਣ ਬਹੁਤ ਵੱਡੀ ਰਹੀ ਹੈ ਕਿਸਾਨੀ ਸੰਘਰਸ਼ ਦੇ ਵਿੱਚ, ਸਾਡੀ ਤਰਾਈ ਦੀ ਬੈਲਟ ਤੋਂ। ਸੋ ਇਹਨਾਂ ਦਾ ਜਿਹੜਾ ਪਰਚਾ ਹੈ ਉਹ ਰੱਦ ਕਰ ਦਿੱਤਾ ਗਿਆ ਹੈ। ਇਹਨਾਂ ਵੱਲੋਂ ਆਰੋਪ ਲਗਾਇਆ ਗਿਆ ਹੈ ਕਿ ਉੱਥੇ ਚੁਣਾਵੀ ਪ੍ਰਕਿਰਿਆ ਜਿਹੜੀ ਹੈ ਉਹ ਨਿਯਮ ਦੇ ਵਿਪਰੀਤ ਹੋ ਰਹੀ ਹੈ। ਤੁਸੀਂ ਆਪਣੇ ਕਮੈਂਟ ਦੇ ਵਿੱਚ ਜ਼ਰੂਰ ਪਾ ਸਕਦੇ ਹੋ। ਤੁਹਾਡੇ ਕਮੈਂਟ ਜਿਹੜੇ ਨੇ ਸਾਨੂੰ ਬਹੁਤ ਜ਼ਰੂਰੀ ਚਾਹੀਦੇ ਨੇ। ਤੁਸੀਂ ਕੀ ਦੇਖਦੇ ਹੋ, ਜਿਹੜੀ ਚੋਣ ਪ੍ਰਕਿਰਿਆ ਉੱਥੇ ਹੋ ਰਹੀ ਹੈ, ਤੁਹਾਡੇ ਮੁਤਾਬਕ ਉਹ ਠੀਕ ਹੋ ਰਹੀ ਹੈ ਜਾਂ ਨਹੀਂ ਹੋ ਰਹੀ? ਹੁਣ ਅਸੀਂ ਕਾਲ ਤੇ ਲਾਂਗੇ ਗੁਰਦੁਆਰਾ ਕਮੇਟੀ ਦੇ ਜਿਹੜੇ ਮੌਜੂਦਾ ਪ੍ਰਧਾਨ ਨੇ ਸੇਵਾ ਸਿੰਘ ਜੀ। ਸਾਡੇ ਕੋਲ ਕੁਝ ਸਿੰਘਾਂ ਨੇ ਇੱਕ ਵੀਡੀਓ ਕਲਿੱਪ ਭੇਜੀ ਹੈ। ਉਹਨਾਂ ਵੱਲੋਂ ਇਹ ਆਰੋਪ ਲਗਾਇਆ ਗਿਆ ਹੈ ਕਿ ਪ੍ਰਧਾਨ ਸਾਹਿਬ ਵੱਲੋਂ ਜਿਸ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਨਹੀਂ ਹੈ, ਉਹ ਵੀ ਗੁਰੂ ਘਰ ਰਜਿਸਟਰਡ ਕਰਾ ਦਿੱਤੇ ਗਏ ਨੇ ਤੇ ਸਿੱਧਾ ਧਾਂਦਲੀ ਦਾ ਆਰੋਪ ਲਗਾਇਆ ਗਿਆ ਹੈ। ਤੁਸੀਂ ਆਪਣੇ ਕਮੈਂਟ ਇਹਦੇ ਵਿੱਚ ਜ਼ਰੂਰ ਪਾ ਸਕਦੇ ਹੋ। ਤੁਹਾਡੀ ਕੀ ਰਾਏ ਹੈ?
ਕੁਝ ਸਿੰਘਾਂ ਵੱਲੋਂ ਸਵਾਲ ਇਹ ਵੀ ਚੁੱਕੇ ਗਏ ਨੇ ਕਿ ਜਿਹੜੇ ਚੋਣ ਅਧਿਕਾਰੀ ਨੇ ਉਹ ਗੈਰ ਸਿੱਖ ਨੇ, ਉਹਨਾਂ ਨੂੰ ਪੂਰੀ ਰਹਿਤ ਮਰਿਆਦਾ ਦਾ ਜਿਹੜਾ ਹੈ ਪਤਾ ਨਹੀਂ ਹੈ, ਜਿਹਦੇ ਕਰਕੇ ਇਹ ਜਿਹੜੀ ਚੋਣਾਂ ਨੇ ਉਹ ਪੂਰੇ ਜੋ ਸਾਡੀ ਰਹਿਤ ਮਰਿਆਦਾ ਜੋ ਹੈਗੀ ਹੈ ਉਸ ਤਰ੍ਹਾਂ ਨਹੀਂ ਹੋ ਸਕਦੇ। ਤੁਹਾਡੀ ਕੀ ਰਾਏ ਹੈ ਇਹਦੇ ਵਿੱਚ? ਤੁਸੀਂ ਜ਼ਰੂਰ ਇਹਦੇ ਵਿੱਚ ਕਮੈਂਟ ਪਾ ਸਕਦੇ ਹੋ। ਸੇਵਾ ਸਿੰਘ ਜੀ ਨੂੰ ਹੁਣ ਅਸੀਂ ਕਾਲ ਤੇ ਲੈਣ ਜਾ ਰਹੇ ਹਾਂ। ਉਹਨਾਂ ਤੇ ਜਿਨ੍ਹਾਂ ਵੱਲੋਂ ਆਰੋਪ ਲਗਾਏ ਗਏ ਨੇ ਉਹਨਾਂ ਦੀ ਪ੍ਰਤੀਕਿਰਿਆ ਲੈਣ ਦੀ ਕੋਸ਼ਿਸ਼ ਕਰਦੇ ਹਾਂ, ਉਹਨਾਂ ਦਾ ਇਸ ਸਾਰੇ ਮਸਲੇ ਤੇ ਕੀ ਕਹਿਣਾ ਹੈ। ਸੰਗਤ ਦੀ ਕਚਹਿਰੀ ਹੈ, ਸੰਗਤ ਦੀ ਕਚਹਿਰੀ ਦੇ ਵਿੱਚ ਸਾਰੀ ਗੱਲ ਜਿਹੜੀ ਹੈ ਉਹ ਪਾਰਦਰਸ਼ਤਾ ਦੇ ਨਾਲ ਜਾਣੀ ਚਾਹੀਦੀ ਹੈ, ਜਿਸ ਕਰਕੇ ਕਮੇਟੀ ਦੀ ਜਿਹੜੀ ਚੋਣਾਂ ਨੇ ਉਹ ਸਾਫ਼ ਸੁਥਰੇ ਤਰੀਕੇ ਦੇ ਨਾਲ ਹੋ ਸਕਣ। ਹੁਣ ਅਸੀਂ ਸੇਵਾ ਸਿੰਘ ਜੀ ਨੂੰ ਕਾਲ ਤੇ ਲੈਣ ਜਾ ਰਹੇ ਹਾਂ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਅਧਿਕਸ਼ ਨੇ ਸੇਵਾ ਸਿੰਘ ਜੀ। ਹਾਂਜੀ ਜੀ, ਖਾਲਸਾ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਧਾਨ ਸਾਹਿਬ ਜੀ ਬੋਲਦੇ ਹੋ? ਜੀ ਵੀਰ ਜੀ ਸੇਵਾ ਸਿੰਘ ਦਾਸ ਬੋਲ ਰਿਹਾ ਜੀ। ਪ੍ਰਧਾਨ ਜੀ, ਮੈਂ ਹਰਵਿੰਦਰ ਸਿੰਘ ਚਾਵਲਾ ਬੋਲ ਰਿਹਾ, ਸਿੱਖ ਸੰਗਤ ਨਿਊਜ਼ ਚੈਨਲ ਤੋਂ। ਜੀ ਵੀਰ ਜੀ। ਪ੍ਰਧਾਨ ਜੀ, ਅਸੀਂ ਇਸ ਵੇਲੇ ਲਾਈਵ ਹੈਗੇ ਆ ਤੇ ਸੰਗਤ ਸਾਡੇ ਨਾਲ ਬਹੁਤ ਜੁੜੀ ਹੋਈ ਹੈ। ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ। ਵੀਰ ਜੀ, ਮੈਂ ਤਾਂ ਆਪ ਜੀ ਦਾ ਧੰਨਵਾਦੀ ਹਾਂ ਤੇ ਸੰਗਤ ਨੂੰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਧਾਨ ਜੀ, ਸਾਡੀ ਕੋਸ਼ਿਸ਼ ਹੈ, ਸਾਡੀ ਮੁਹਿੰਮ ਹੈ ਕਿ ਗੁਰਦੁਆਰਾ ਸਾਹਿਬ ਦੀ ਜਿਹੜੀ ਚੋਣਾਂ ਨੇ ਉਹ ਬਿਲਕੁਲ ਸਾਫ਼ ਸੁਥਰੇ ਤਰੀਕੇ ਦੇ ਨਾਲ ਹੋਣ ਤੇ ਸਾਫ਼, ਸੱਚੇ ਅਤੇ ਸੁੱਚੇ ਮੈਂਬਰ ਸਾਹਿਬਾਨ ਉੱਥੇ ਆਉਣ, ਜਿਸ ਕਰਕੇ ਅਸੀਂ ਉਸ ਇੰਨੇ ਵੱਡੇ ਪਵਿੱਤਰ ਸਥਾਨ ਤੋਂ ਸਿੱਖ ਕੌਮ ਦੀ ਭਲਾਈ ਦੇ ਲਈ ਕਾਰਜ ਕਰ ਸਕੀਏ। ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਨੂੰ ਪੂਰਾ ਸਹਿਯੋਗ ਕਰੋਗੇ ਸਾਡੀ ਇਸ ਮੁਹਿੰਮ ਦੇ ਵਿੱਚ। ਜੀ ਵੀਰ ਜੀ। ਜੀ ਪ੍ਰਧਾਨ ਜੀ, ਅੱਜ ਜੀ ਪ੍ਰਧਾਨ ਜੀ, ਪਹਿਲੀ ਪ੍ਰਤੀਕਿਰਿਆ ਤੁਹਾਡੀ ਕੀ ਹੈ? ਜਿਹੜੀ ਚੋਣਾਂ ਉੱਥੇ ਚੱਲ ਰਹੀਆਂ ਨੇ, ਅੱਜ ਕਈਆਂ ਦੇ ਪਰਚੇ ਉੱਥੇ ਰੱਦ ਕੀਤੇ ਗਏ ਨੇ ਤੇ ਤੁਹਾਡੇ ਖਟੀਮਾ ਹਲਕੇ ਤੋਂ ਕੁਝ ਸਿੰਘਾਂ ਨੇ ਸਾਨੂੰ ਇੱਕ ਵੀਡੀਓ ਕਲਿੱਪ ਵੀ ਭੇਜੀ ਹੈ। ਉਹਨਾਂ ਵੱਲੋਂ ਸਿੱਧਾ ਤੁਹਾਡੇ ਤੇ ਆਰੋਪ ਲਗਾਇਆ ਗਿਆ ਹੈ ਕਿ ਜਿਸ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਹੀ ਨਹੀਂ ਹੈ, ਉਹ ਵੀ ਤੁਹਾਡੇ ਆਦੇਸ਼ ਤੇ ਤੁਹਾਡੇ ਹੁਕਮਾਂ ਦੇ ਕਰਕੇ ਉਹ ਵੀ ਰਜਿਸਟਰਡ ਕਰ ਦਿੱਤਾ ਗਿਆ ਇਹਦੇ ਵਿੱਚ। ਉਹਦੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੋ ਤੁਹਾਡੇ ਤੇ ਆਰੋਪ ਲਗਾਇਆ ਉਹਨਾਂ ਨੇ? ਵੀਰ ਜੀ, ਬੇਨਤੀ ਇਸ ਤਰ੍ਹਾਂ ਹੈ ਜੀ, ਨਾਨਕ ਮੁੰਡਾ ਸਾਹਿਬ ਇੱਕ ਕੁਝ ਆਦਮੀ ਬੈਠੇ ਹੋਏ ਨੇ ਜਿਹੜੇ 24 ਘੰਟੇ ਉੱਥੇ ਰਹਿ ਰਹੇ ਨੇ। ਠੀਕ ਹੈ ਜੀ। ਔਰ ਉਹ ਸਾਰੇ ਬੰਦੇ ਤਰਸੇਮ ਸਿੰਘ ਨੇ ਬਿਠਾਏ ਹੋਏ ਨੇ ਉੱਥੇ। ਠੀਕ ਹੈ ਜੀ। ਔਰ ਉਹ ਹੀ ਸਾਰੇ ਗਲਤ ਕੰਮ ਕਰ ਰਹੇ ਨੇ। ਜਦੋਂ ਉਹਨਾਂ ਦੀ ਇੱਛਾ ਨਾਲ ਕੋਈ ਕੰਮ ਪੂਰਾ ਨਹੀਂ ਨਾ ਹੁੰਦਾ 100%, ਜੀ ਜੀ, ਉਹ ਦੂਜੇ ਰੋਪ ਲਾਉਂਦੇ ਨੇ। ਮੈਂ ਤਾਂ ਉੱਥੇ ਵੀਰ ਜੀ ਦਿਨੇ 2-3 ਘੰਟੇ ਉੱਥੇ ਗਿਆ ਵਾਂ। ਉਹ ਕੱਲ ਸਾਰੀ ਰਾਤ ਦੇ ਬੈਠੇ, ਹੁਣ ਹੀ ਉੱਥੇ ਬੈਠੇ ਹੋਏ ਨੇ। ਉਹ ਹੁਣ ਵੀ ਉੱਥੇ ਬੈਠੇ ਹੋਏ ਨੇ। ਔਰ ਉਹਨਾਂ ਨੇ ਉਹ ਜਿਹੜੇ ਗੁਰਦੁਆਰੇ ਬਣਾਉਂਦੇ ਨੇ ਉਹਨੇ ਕੀਤੇ ਨੇ। ਮੈਂ ਕਿਸੇ ਦੇ ਅੱਜ ਤੱਕ ਕੋਈ ਪੱਤੀ ਨਹੀਂ ਕੀਤੀ, ਕੋਈ ਮੈਂ ਗੁਰਦੁਆਰਾ ਰਜਿਸਟਰ ਨਹੀਂ ਕਰਾਇਆ। ਆਪਣੇ ਆਪ ਲੋਕ ਡੈਲੀਗੇਟ ਬਣ ਕੇ ਵੀਡੀਓ ਆਉਣ ਡਏ ਨੇ। ਨਹੀਂ, ਤੁਹਾਡੇ ਕਹਿਣ ਦਾ ਆਰੋਪ ਹੈ, ਜਿਨ੍ਹਾਂ ਨੇ ਤੁਹਾਡੇ ਤੇ ਆਰੋਪ ਲਗਾਇਆ ਹੈ ਕਿ ਤੁਸੀਂ ਇਹ ਗੁਰੂ ਘਰ ਜਿਹੜੇ ਨੇ ਰਜਿਸਟਰਡ ਕਰਾਏ ਨੇ, ਜਿਸ ਘਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੈ, ਇਹ ਆਰੋਪ ਬੇਬੁਨਿਆਦ ਹੈ। ਵੀਰ ਜੀ, ਬਿਲਕੁਲ ਬੇਬੁਨਿਆਦ। ਦਾਸ ਨੇ ਕੋਈ ਗੁਰਦੁਆਰਾ ਨਵਾਂ ਰਜਿਸਟਰ ਨਹੀਂ ਕਰਾਇਆ। ਇਹ ਗੁਰਦੁਆਰੇ ਪੁਰਾਣੇ ਰਜਿਸਟਰਡ ਹੋਏ ਨੇ। ਉਹਨਾਂ ਨੇ 2 ਗੁਰਦੁਆਰੇ ਰਜਿਸਟਰ ਕਰਾਏ ਸੀ। ਬਾਬਾ ਜੀ, ਤੁਸੀਂ ਨਾਮ ਲੈ ਕੇ ਦੱਸੋ ਕਿਹਨਾਂ ਨੇ? ਦੇਖੋ, ਉੱਥੇ ਇੱਕ ਜਿਹੜਾ ਤਰਸੇਮ ਸਿੰਘ ਨੇ ਬੰਦਾ ਖੜਾ ਕੀਤਾ ਹੈ। ਨਹੀਂ, ਨਾਮ ਲੈ ਕੇ ਦੱਸੋ, ਉਹਨਾਂ ਦਾ ਨਾਮ ਦੱਸੋ। ਉਹਦਾ ਨਾਮ ਹੈ ਸੋਨੀ, ਕਹਿੰਦੇ ਨੇ ਉਹਨੂੰ। ਨਿਕਨੇਮ ਤਾਂ ਸੋਨੀ ਹੈ। ਕੀ ਨਾਮ ਹੈ ਉਹਨਾਂ ਦਾ? ਨਿਕਨੇਮ ਸੋਨੀ ਹੈ। ਉਹਦਾ ਨਾਮ ਗੁਰਜੰਟ ਸਿੰਘ ਹੈ। ਗੁਰਜੰਟ ਸਿੰਘ, ਠੀਕ ਹੈ। ਗੁਰਜੰਟ ਸਿੰਘ ਹੈ, ਉਰਫ ਸੋਨੀ ਕਰਕੇ ਬੁਲਾਉਂਦੇ ਨੇ ਉਹਨੂੰ। ਠੀਕ ਹੈ ਜੀ। ਉਹ 5-7 ਉੱਥੇ ਉਹ ਰਲੇ ਹੋਏ ਨੇ, ਰਾਤ ਦਿਨੇ ਉੱਥੇ ਬੈਠੇ ਨੇ, ਸਾਰੇ ਕੰਮ ਕਰਵਾ ਰਹੇ ਨੇ। ਔਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਸੰਗਤ ਨੂੰ। ਜੀ ਬਿਲਕੁਲ ਜੀ। ਮਾਨਨੀय ਸਾਡੇ ਜਿਹੜੇ ਚੁਣਾਵ ਅਧਿਕਾਰੀ ਜੀ ਨੇ ਜੀ, ਇੰਨੀ ਲਗਨ ਮਿਹਨਤ ਦੇ ਨਾਲ, ਇੰਨੀ ਰਿਸਪੈਕਟ ਨਾਲ ਕੰਮ ਕਰ ਰਹੇ ਨੇ। ਉਹ ਜੀ ਕੱਲ ਸਾਰੀ ਰਾਤ ਮੈਨੂੰ ਪਤਾ ਲੱਗਿਆ ਕਿ ਉੱਥੇ ਕੁਰਸੀ ਤੇ ਬੈਠੇ ਰਹੇ ਨੇ ਉਹ। ਔਰ ਇੱਕ ਜਿਹੜਾ ਡੈਲੀਗੇਟ ਦਾ ਪਰਚਾ ਹੈ ਜੀ, ਉਹਨਾਂ ਨੇ ਆਪ ਚੈੱਕ ਕੀਤਾ ਸਾਰੀ ਰਾਤ। ਪ੍ਰਧਾਨ ਜੀ, ਇੱਕ ਚੀਜ਼ ਹੋਰ ਦੱਸੋ, ਅੱਜ ਜਿਨ੍ਹਾਂ ਦੇ ਪਰਚੇ ਰੱਦ ਕੀਤੇ ਗਏ ਨੇ ਉਹਨਾਂ ਵੱਲੋਂ ਇਹ ਆਰੋਪ ਲਗਾਇਆ ਗਿਆ, ਹੁਣ ਮੰਨ ਲਓ ਇੱਕ ਪਿੰਡ ਦੇ ਵਿੱਚੋਂ 2 ਨਾਮ ਆ ਚੁੱਕੇ ਨੇ, ਤੇ ਚਾਹੀਦਾ ਤਾਂ ਸੀ ਇਹ ਕਿ ਉਹਨਾਂ ਦੇ ਚੋਣ ਹੋਣੀ ਚਾਹੀਦੀ ਸੀ, ਲੇਕਿਨ ਦੋਨਾਂ ਦੇ ਪਰਚੇ ਰੱਦ ਕਰ ਦਿੱਤੇ ਗਏ, ਤੇ ਇਹ ਵੀ ਕਿਤੇ ਨਾ ਕਿਤੇ ਇੱਕ ਤੁਹਾਨੂੰ ਕੀ ਲੱਗਦਾ ਠੀਕ ਹੈ? ਦੇਖੋ
ਚਾਵਲਾ ਜੀ, ਇਹ ਹਰ ਇੱਕ ਅਧਿਕਾਰੀ ਦੀਆਂ ਆਪਣੇ ਕੁਝ ਮਜਬੂਰੀਆਂ ਹੁੰਦੀਆਂ ਨੇ। ਜੀ ਜੀ ਉਹਨਾਂ ਨੇ ਬੜੇ ਪਿਆਰ ਦੇ ਨਾਲ ਸਾਡੇ ਹਲਕੇ ਦੇ, ਮੈਂ ਆਪਣੇ ਹਲਕੇ ਦੀ ਉਦਾਹਰਨ ਦੇਵਾਂਗਾ, ਜੀ ਜੀ ਉਹਨਾਂ ਨੇ ਹਲਦੀ ਘੇਰੇ ਨਾਲ 2 ਆਦਮੀ ਨੇ ਪਰਚੇ ਭਰ ਦਿੱਤੇ ਔਰ ਕੱਲ ਸ਼ਾਮੀ 5:30 ਵਜੇ ਆਣ ਕੇ ਇੱਕ ਆਦਮੀ ਨੇ ਕਿਹਾ ਜੀ ਮੈਂ ਆਪਣਾ ਪਰਚਾ ਵਾਪਸ ਲੈ ਰਿਹਾ। ਉਹਨਾਂ ਨੇ ਓਕੇ ਕਰ ਦਿੱਤਾ ਜਿਹਦੇ ਕੋਲ ਟਾਈਮ ਨਿਕਲ ਚੁੱਕਾ ਸੀਗਾ ਔਰ ਉਹਨਾਂ ਨੇ ਖੁੱਲ ਕੇ ਕਹਿੰਦੇ ਸੀ ਵੀ ਇੱਕ ਪਰਚਾ ਲੈ ਆਓ, ਆਪਣੀ ਚੋਣ ਕਰਵਾ ਕੇ ਲੈ ਆਓ, ਜਾਂ ਫਿਰ ਉਹ ਜਿਸ ਪਰਚੇ ਵਿੱਚ ਜਿਸ ਵਿੱਚ ਕੋਈ ਨਾ ਕੋਈ ਕਮੀ ਹੈ, ਕਿਉਂਕਿ ਇੰਨੀਆਂ ਫਾਰਮੈਲਿਟੀਆਂ ਸੀ ਜਿਹੜੀਆਂ ਆਮ ਆਦਮੀ ਪੂਰੀ ਨਹੀਂ ਕਰ ਸਕਦਾ, ਉਹਦੇ ਮੁਤਾਬਕ ਉਹਨਾਂ ਨੇ ਉਹਨੂੰ ਰੱਦ ਕੀਤਾ ਹੈ ਔਰ ਬੜੀ ਨਿਸ਼ਪਕਸ਼ ਮਿਹਨਤ ਨਾਲ ਕਰਾ ਰਹੇ ਨੇ ਕੰਮ। ਪ੍ਰਧਾਨ ਜੀ ਇੱਕ ਚੀਜ਼ ਦੱਸੋ, ਅਗਰ ਮੰਨ ਲਓ ਪਿੰਡ ਦੇ ਵਿੱਚ ਸਹਿਮਤੀ ਨਹੀਂ ਹੋਈ ਹੈ ਕਿ ਕਈ ਥਾਵਾਂ ਤੇ ਚਲੋ ਨਿਰਵਿਰੋਧ ਹੋ ਰਹੇ ਨੇ ਜੀ, ਜਿਸ ਪਿੰਡ ਸਹਿਮਤੀ ਨਹੀਂ ਹੋਈ ਹੈ, ਮੰਨ ਲਓ 2 ਨਾਮ ਆ ਚੁੱਕੇ ਨੇ, ਤੇ ਉਹਦਾ ਸਮਾਧਾਨ ਕੀ ਹੈ ਕਿ ਪਰਚੇ ਰੱਦ ਕਰ ਦਿੱਤੇ ਜਾਣ ਜਾਂ ਉਸ ਪਿੰਡ ਤੋਂ ਚੋਣਾਂ ਹੋਣੀ ਚਾਹੀਦੀਆਂ? ਨਹੀਂ ਵੀਰ ਜੀ, ਸਾਰੇ ਰੱਦ ਨਹੀਂ ਹੋਏ, ਸਾਰੇ ਰੱਦ ਨਹੀਂ ਹੋਏ। ਮੈਂ ਬਾਹਰ ਦੀ ਅੱਜ ਹੁਣੇ ਅਸੀਂ ਗੱਲ ਕੀਤੀ ਹੈ ਬਰਜਿੰਦਰ ਸਿੰਘ ਮਾਨ ਸਾਹਿਬ ਨੇ, ਕਿਸਾਨੀ ਚਿਹਰਾ ਵੀ ਰਹੇ ਨੇ, ਉਹਨਾਂ ਨੇ ਸਿੱਧਾ ਆਰੋਪ ਲਗਾਇਆ ਕਿ 2 ਪਰਚੇ ਉਹਨਾਂ ਦੇ ਹਲਕੇ ਚੋਂ ਆਏ ਸੀਗੇ ਤੇ ਚੋਣ ਅਧਿਕਾਰੀ ਨੇ ਦੋਨਾਂ ਨੂੰ ਰੱਦ ਕਰ ਦਿੱਤਾ ਤੇ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ। ਦੇਖੋ, ਮੈਂ ਆਪਣੇ ਹਲਕੇ ਦੀ ਗੱਲ ਤੁਹਾਨੂੰ ਦੱਸਾਂਗਾ, ਹਲਦੀ ਘੇਰਾ ਵਿੱਚੋਂ ਉਹਨਾਂ ਵਾਪਸ ਲੈ ਲਿਆ, ਉਹਨੂੰ ਓਕੇ ਕਰ ਦਿੱਤਾ ਉਹਨੇ ਉਸੇ ਵੇ ਦੂਜੇ ਨੂੰ। ਇੱਕ ਹਲਕੇ ਦੇ ਵਿੱਚੋਂ 2 ਨਾਂ ਆਏ, ਲੇਕਿਨ ਉਹਨਾਂ ਨੇ ਹੁਣ ਸੱਦ ਕੇ ਆਖਿਆ ਵੀ ਤੁਸੀਂ ਆਪਣਾ ਜਿਵੇਂ ਚਾਹੋ ਕਰ ਲਓ, ਜਿਵੇਂ ਚਾਹੋ ਕਰੋ। ਸਾਡੇ ਪੁੰਨਾਪੁਰ ਜਿਹੜਾ ਹਲਕਾ ਸੀਗਾ ਉਹਦੇ 2 ਨਾਂ ਆਏ, ਉਹਨਾਂ ਨੇ ਇੱਕ ਨੂੰ ਓਕੇ ਕਰ ਦਿੱਤਾ, ਇੱਕ ਨੂੰ ਉਹਨਾਂ ਨੇ ਕੈਂਸਲ ਕਰ ਦਿੱਤਾ ਹੈ। ਇਹ ਨਹੀਂ ਆਪਾਂ ਕਹਿ ਸਕਦੇ ਕਿ ਜਿੱਥੋਂ 2 ਨਾਂ ਸਾਰੇ ਕੈਂਸਲ ਕਰ ਦਿੱਤੇ ਗਏ ਨੇ। ਅਧਿਕਸ਼ ਜੀ, ਮੇਰਾ ਸਵਾਲ ਇਹ ਹੈ, ਅਗਰ ਕਿਸੇ ਪਿੰਡ ਸਹਿਮਤੀ ਨਹੀਂ ਬਣੀ, ਮੰਨ ਲਓ 2 ਨਾਮ ਆ ਜਾਂਦੇ ਨੇ, ਤੇ ਬਾਈ ਲਾਅ ਦੇ ਅਕੋਰਡਿੰਗ ਕਿ ਉਹਨਾਂ ਨੂੰ ਰੱਦ ਕਰ ਦੇਣਾ ਚਾਹੀਦਾ ਜਾਂ ਉੱਥੇ ਉਹਨਾਂ ਦੇ ਪਿੰਡ 'ਚ ਚੋਣਾਂ ਹੋਣੀ ਚਾਹੀਦੀਆਂ? ਨਹੀਂ, ਉਹਦੀ ਨਿਸ਼ਪਕਸ਼ ਜਾਂਚ ਹੋਣੀ ਚਾਹੀਦੀ ਹੈ ਔਰ ਉਸ ਜਾਂਚ ਤੋਂ ਬਾਅਦ ਹੀ ਮਾਨਨੀय ਚੁਣਾਵ ਅਧਿਕਾਰੀ ਜੀ ਜਾਂ ਤੇ ਉੱਥੇ ਇੱਕ ਆਦਮੀ ਨੂੰ ਓਕੇ ਕਰ ਰਹੇ ਨੇ ਜਾਂ ਦੋਨਾਂ ਦੇ ਪਰਚੇ ਰੱਦ ਕਰ ਰਹੇ ਨੇ। ਜੋ ਵੀ ਡਿਸੀਜਨ ਲੈ ਰਹੇ ਨੇ ਉਹ ਬੜੀ ਸੋਚ ਵਿਚਾਰ ਤੋਂ ਬਾਅਦ ਲੈ ਰਹੇ ਨੇ। ਆਪਾਂ ਇਹ ਨਹੀਂ ਕਹਿ ਸਕਦੇ ਕਿ ਜਿੱਥੋਂ 2 ਨੇ ਸਭ ਰੱਦ ਕਰੀ ਜਾ ਰਹੇ ਨੇ। ਉਹ ਸਾਡੇ ਪੁੰਨਾਪੁਰ ਵਿੱਚ 2 ਸੀ, ਉਹਨਾਂ ਨੇ ਇੱਕ ਨੂੰ ਓਕੇ ਕਰ ਦਿੱਤਾ ਹੈ। ਨਹੀਂ, ਇਹ ਡਿਸੀਜਨ ਕਿਵੇਂ ਲੈਣਗੇ ਕਿ ਇਹ ਬੰਦਾ ਓਕੇ ਆ, ਇਹ ਬੰਦੇ ਨੂੰ ਰੱਦ ਕਰਨਾ? ਇਹ ਡਿਸੀਜਨ ਕਿਸ ਤਰ੍ਹਾਂ ਲੈ ਰਹੇ ਨੇ? ਉਹ ਮਤਲਬ ਕੀ ਭਾਲ ਕਰਦੇ ਨੇ, ਕੀ ਪੜਚੋਲ ਕਰਦੇ ਨੇ, ਕਿਸ ਤਰ੍ਹਾਂ? ਉਹ ਦੇਖੋ ਜੀ, ਉਹ ਇੱਕ ਤਾਂ ਜਿਹੜੇ ਸਾਡੇ ਡੈਲੀਗੇਟ ਫਾਰਮ ਨੇ, ਇੱਕ 1430 ਫਾਰਮਰ ਰਾਜ ਚੈੱਕ ਕੀਤੇ ਨੇ। ਅਗਰ ਕਿਸੇ ਦੀ ਏਜ 1 ਸਾਲ ਵੀ ਘੱਟ ਹੈ ਨਾ, ਉਹਨਾਂ ਮਾਰਕ ਕੀਤਾ ਹੈ, ਏਜ ਘੱਟ ਹੋਣ ਦੀ ਖਾਤਰ ਪਰਚੇ ਰੱਦ ਕੀਤਾ ਜਾਂਦਾ ਹੈ ਔਰ ਬਕਾਇਦਾ ਜਿਹੜੇ ਵੀ ਰੱਦ ਹੋਏ ਨੇ ਪਰਚੇ, ਉਹਨਾਂ ਤੇ ਉਹਨੇ ਗਾੜੀ ਮਾਰਕ ਲਾਇਆ ਹੋਇਆ ਹੈ ਕਿ ਕਿਉਂ ਉਹਨੂੰ ਰੱਦ ਕੀਤਾ ਜਾ ਰਿਹਾ ਹੈ। ਇਹ ਨਹੀਂ ਕਿ ਕੋਈ ਬਿਨਾਂ ਕਾਰਨ ਤੋਂ, ਉਹਦਾ ਗਾੜੀ ਕਾਰਨ ਦੱਸ ਰਹੇ ਨੇ ਉਹ। ਨਹੀਂ, ਅੱਜ ਹੁਣੇ ਸਾਡੇ ਕੋਲ ਬਰਜਿੰਦਰ ਸਿੰਘ ਮਾਨ ਸਾਹਿਬ ਜੁੜੇ ਹੋਏ ਸੀ, ਉਹਨਾਂ ਦੇ ਪਰਚੇ ਵੀ ਰੱਦ ਕੀਤੇ ਗਏ ਨੇ। ਉਹਨਾਂ ਦੇ ਪਿੰਡ, ਉਹਨਾਂ ਦੇ ਹਲਕੇ 'ਚ 2 ਨਾਮ ਆਏ ਸੀ। ਉਹ ਕਹਿੰਦੇ ਸਾਨੂੰ ਤਾਂ ਕੋਈ ਕਾਰਨ ਹੀ ਨਹੀਂ ਦੱਸਿਆ, ਕਹਿ ਕੇ ਖਾਲੀ ਤੁਹਾਡੇ 2 ਨਾਮ ਆਏ ਨੇ, ਉਹ ਸਿੱਧਾ ਕਹਿੰਦੇ ਤਾਨਾਸ਼ਾਹੀ ਰਵੱਈਆ ਅਪਣਾ ਕੇ ਸਾਨੂੰ ਕੋਈ ਕਾਰਨ ਹੀ ਨਹੀਂ, ਕੋਈ ਲੌਜਿਕ ਹੀ ਨਹੀਂ ਦੱਸਿਆ ਤੇ ਰੱਦ ਕਰ ਦਿੱਤੇ ਗਏ। ਕਹਿ ਰਿਹਾ ਅਸੀਂ ਕਿੱਥੇ ਜਾਈਏ ਬਈ ਆਪਣੀ ਫਰਿਆਦ ਲੈ ਕੇ। ਇਹਨਾਂ ਨੂੰ ਕੀ ਜੀ ਖਟੇਮਾ ਹਲਕੇ ਤੋਂ 5 ਪਿੰਡ ਇਹੋ ਜਿਹੇ ਸਨ ਜਿੱਥੋਂ ਡਬਲ ਪਰਚੇ ਆਏ ਸੀ ਜੀ। ਇੱਕ ਪਿੰਡ ਦੇ ਵਿੱਚੋਂ 2 ਪਿੰਡਾਂ ਵਿੱਚੋਂ ਉਹਨਾਂ ਨੇ ਇੱਕ ਨੂੰ ਸਿਲੈਕਟ ਕਰ ਦਿੱਤਾ ਹੈ। ਇੱਕ ਪਿੰਡ ਦੇ ਲੋਕਾਂ ਨੇ ਪਰਚਾ ਵਾਪਸ ਲਿਆ, ਆਟੋਮੈਟਿਕਲੀ ਇੱਕ ਹੋ ਗਿਆ, ਉਹ ਸਿਲੈਕਟ ਹੋ ਗਏ। 2 ਪਰਚੇ ਉਹਨਾਂ ਨੇ ਕਿਸੇ ਕਾਰਨ ਕਰਕੇ ਰੱਦ ਕੀਤੇ ਨੇ। ਲੇਕਿਨ ਅਗਰ ਅਸੀਂ ਕਹੀਏ ਕਿ ਸਾਰੇ ਰੱਦ ਕਰਦੇ ਖਮੀਰ ਕੇ ਨਹੀਂ, ਉਹ ਬੜੇ ਬਰੀਕੀ ਨਾਲ ਜਾਂਚ ਕਰ ਰਹੇ ਨੇ। ਨਹੀਂ, ਜਿਸ ਕਾਰਨ ਰੱਦ ਕਰਦੇ ਨੇ ਉਹਦਾ ਕਾਰਨ ਦੱਸਦੇ ਨੇ, ਫਿਰ ਕਿਉਂ ਰੱਦ ਕੀਤਾ ਗਿਆ? ਬਿਲ ਅੱਗੇ ਮਾਰਕ ਲਾਉਂਦੇ ਨੇ ਜੀ, ਇਸ ਕਾਰਨ ਕਰਕੇ ਰੱਦ ਕੀਤਾ ਗਿਆ। ਉਹ ਗਾੜੀ ਮਾਰਕ ਲਾਉਂਦੇ ਨੇ, ਉਹ ਜਗ੍ਹਾ ਖਾਲੀ ਛੱਡ ਕੇ ਉਹਦੇ ਗਾੜੀ ਮਾਰਕ ਲਾ ਦਿੰਦੇ ਨੇ ਕਿ ਇਸ ਕਰਕੇ ਆ ਪਰਚਾ ਰੱਦ ਕੀਤਾ ਜਾ ਰਿਹਾ। ਅੱਛਾ, ਤੁਹਾਡੇ ਮੁਤਾਬਕ ਜਿਹੜੀ ਚੋਣ ਪ੍ਰਕਿਰਿਆ ਬਿਲਕੁਲ ਸਾਫ਼ ਸੁਥਰੀ ਤਰੀਕੇ ਦੇ ਨਾਲ ਹੋ ਰਹੀ ਹੈ? ਦੇਖੋ ਜੀ, ਜੋ ਦਾਸ ਮਹਿਸੂਸ ਕਰ ਰਿਹਾ ਹੈ, ਕਿਉਂਕਿ ਜਿਸ ਢੰਗ ਦੇ ਨਾਲ ਦਾਸ ਦੇ ਵਿਰੋਧ 'ਚ ਉਹ ਗਰੁੱਪ ਪੂਰਾ ਲੱਗਾ ਹੋਇਆ, 24 ਘੰਟੇ ਤੋਂ ਬੈਠਾ ਹੋਇਆ ਹੈ, ਮੈਂ ਕਹਿ ਰਿਹਾ ਕਿ ਉਹਨਾਂ ਦੀ ਨਿਸ਼ਪਕਸ਼ਤਾ ਹੈ ਕਿ ਜਿਹੜਾ ਸਾਨੂੰ ਉੱਥੇ ਨਿਆਂ ਮਿਲ ਰਿਹਾ। ਅਦਰਵਾਈਜ਼ ਜਿਸ ਢੰਗ ਦੇ ਨਾਲ ਉਹ ਕੰਮ ਕਰ ਰਹੇ ਨੇ, ਜੇ ਕੋਈ ਸੰਗਤ ਇਹ ਵੀ ਮੰਗ ਕਰ ਰਹੀ ਹੈ ਕਿ ਜਿੱਦਾਂ ਕਿ ਪਹਿਲਾਂ ਇੱਕ ਸਿੱਖ ਚਿਹਰਾ ਸੀ, ਸਿੱਖੀ ਸਰੂਪ ਵਾਲੇ ਬੰਦੇ ਸੀ ਜਿਨ੍ਹਾਂ ਨੇ ਚੋਣਾਂ ਕਰਾਈਆਂ, ਜਿਵੇਂ ਹੁਣ ਕਹਿੰਦੇ ਨੇ ਕਿ ਜਿਸ ਘਰ ਦੇ ਵਿੱਚ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੀ ਨਹੀਂ ਹੈ, ਉਹ ਗੁਰਦੁਆਰਾ ਰਜਿਸਟਰ ਕਰਾ ਦਿੱਤਾ ਗਿਆ। ਤੇ ਅਗਰ ਚੁਣਾਵ ਅਧਿਕਾਰੀ ਅਗਰ ਨਾਲ ਸਿੱਖ ਹੁੰਦਾ, ਉਹਨੂੰ ਪਤਾ ਹੁੰਦਾ ਕਿ ਕਿਸ ਗੁਰੂ ਘਰ ਦੇ ਵਿੱਚ ਮਾਨ ਮਰਿਆਦਾ ਹੋ ਰਹੀ ਹੈ, ਤੇ ਉਹ ਉਸ ਗੁਰਦੁਆਰੇ ਦੇ ਰਜਿਸਟ੍ਰੇਸ਼ਨ ਨੂੰ ਖਾਰਜ ਕਰ ਦਿੰਦਾ।
ਤੇ ਇਹਨਾਂ ਨੂੰ ਤਾਂ ਪੂਰੀ ਮਾਨ ਮਰਿਆਦਾ ਦਾ ਸਾਨੂੰ ਲੱਗਦਾ ਕਿ ਪਤਾ ਨਹੀਂ ਹੋਣਾ। ਜੇ ਉਹ ਮੰਗ ਕਰ ਰਹੇ ਨੇ ਕਿ ਸ਼੍ਰੋਮਣੀ ਕਮੇਟੀ ਦਾ ਵਫਦ ਵੀ ਇਹਦੇ ਨਾਲ ਰਵੇ, 2 ਸਿੰਘ ਉਹਨਾਂ ਦੀ ਕਮੇਟੀ ਇੱਥੇ ਇਹਦੇ ਨਾਲ ਰਹੇ, ਜਿਹਦੇ ਕਰਕੇ ਚੋਣ ਪ੍ਰਕਿਰਿਆ ਪੂਰੀ ਮਾਨ ਮਰਿਆਦਾ ਦੇ ਨਾਲ ਸੰਪੰਨ ਹੋ ਸਕੇ, ਤੇ ਇਹ ਮੰਗ ਸੰਗਤ ਦੀ ਠੀਕ ਹੈ ਜਾਂ ਗਲਤ ਹੈ? ਇਹ ਸੰਗਤ ਦੀ ਮੰਗ ਬਿਲਕੁਲ ਸਹੀ ਹੈ। ਦਾਸ ਨੇ ਇਹ ਪ੍ਰਪੋਜ਼ਲ ਰੱਖੀ ਸੀ ਕਮੇਟੀ ਦੇ ਵਿੱਚ ਕਿ ਆਪਾਂ ਅਕਾਲ ਤਖਤ ਸਾਹਿਬ ਜੀ ਨੂੰ ਪਾਵਰ ਦੇ ਦਈਏ ਕਿ ਸਾਡੀ ਚੋਣ ਕਰਾ ਦੇਣ, ਲੇਕਿਨ ਸਾਡੀ ਸਿੱਖ ਮੈਂਬਰਾਂ ਨੇ, ਜਿਹੜੇ ਸਾਡੇ ਮੈਂਬਰ ਵਿਊ ਸਨ, ਉਹਨਾਂ ਨੇ ਮਨਾ ਕਰਤਾ, ਨਹੀਂ ਜੀ ਅਸੀਂ ਆਪਣੇ ਗੁਰਦੁਆਰੇ ਨਹੀਂ ਵੜਨ ਦੇਣਾ ਉਹਨਾਂ ਨੂੰ। ਉਸ ਤੋਂ ਉਪਰੰਤ ਦਾਸ ਨੇ ਇਹ ਪ੍ਰਪੋਜ਼ਲ ਰੱਖੀ ਕਿ ਆਪਾਂ 2 ਸਿੱਖ ਨਾਮਜ਼ਦ ਕਰ ਦਈਏ ਕਮੇਟੀ ਦੀ ਮੀਟਿੰਗ ਦੇ ਵਿੱਚ। ਉੱਥੇ ਸਾਥੀਆਂ ਨੇ ਪ੍ਰਪੋਜ਼ਲ ਦਿੱਤੀ ਜੀ ਕੌਣ ਚੋਣ ਕਰਾਵੇਗਾ, ਉੱਥੇ ਲੜਾਈ ਹੋਵੇਗੀ, ਇਹਨੂੰ ਕੀ ਅਧਿਕਾਰ ਹੈ। ਇਸ ਕਰਕੇ ਮਜਬੂਰ ਹੋ ਕੇ ਸਾਨੂੰ ਕਿ ਸਰਕਾਰ ਕੋਲ ਚੋਣਾਂ ਕਰਾਉਣੀਆਂ ਪੈ ਰਹੀਆਂ ਨੇ। ਇਸ ਗੱਲ ਨਾਲ ਮੈਂ ਸਹਿਮਤ ਹਾਂ। ਹਾਲਾਂਕਿ ਇਹ ਗੱਲ ਇਹ ਨਹੀਂ ਉਚਿਤ ਨਹੀਂ ਕਿ ਉਹਨੂੰ ਮਾਨ ਮਰਿਆਦਾ ਦਾ ਪਤਾ ਨਹੀਂ। ਮਾਨਨੀय ਸਾਡੇ ਚੁਣਾਵ ਅਧਿਕਾਰੀ ਜੀ ਨੂੰ ਬਹੁਤ ਮਰਿਆਦਾ ਦਾ ਪਤਾ ਹੈ। ਇੱਕ ਪ੍ਰਧਾਨ ਜੀ ਹੈ ਕਿ ਅਗਰ ਉਹਨਾਂ ਨੂੰ ਮਾਨ ਮਰਿਆਦਾ ਦਾ ਪਤਾ ਹੈ ਤੇ ਜਿਸ ਗੁਰੂ ਘਰ ਦੇ ਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੀ ਨਹੀਂ ਹੈ ਤੇ ਫਿਰ ਉਹ ਗੁਰਦੁਆਰੇ ਰਜਿਸਟ੍ਰੇਸ਼ਨ ਕਿਸ ਤਰ੍ਹਾਂ ਹੋ ਗਏ? ਫਿਰ ਉਹਨਾਂ ਦਾ ਰਜਿਸਟ੍ਰੇਸ਼ਨ ਕਿਸ ਤਰ੍ਹਾਂ ਹੋ ਗਿਆ? ਤੁਸੀਂ ਮੌਜੂਦਾ ਪ੍ਰਧਾਨ ਹੋ, ਤੁਹਾਨੂੰ ਵੀ ਰਾਈਟ ਹੈ ਫਿਰ ਉਸ ਗੁਰੂ ਘਰ ਦਾ ਰਜਿਸਟ੍ਰੇਸ਼ਨ ਰੱਦ ਕਰ ਦੇਣਾ ਚਾਹੀਦਾ। ਵੀਰ ਜੀ ਬਿਲਕੁਲ ਠੀਕ ਹੈ, ਰੱਦ ਕਰ ਦੇਣਾ ਚਾਹੀਦਾ ਹੈ। ਲੇਕਿਨ ਉਹ ਜਿਹੜੇ ਗੁਰਦੁਆਰੇ ਨੇ ਨਾ ਜਿਹਨਾਂ ਤੇ ਇਤਰਾਜ਼ ਕਰ ਰਹੇ ਨੇ ਸਾਥੀ, ਉਹ ਪਿਛਲੇ 5 ਸਾਲਾਂ ਤੋਂ ਗੁਰਦੁਆਰੇ ਰਜਿਸਟਰ ਹੋਏ ਨੇ। ਔਰ ਸਹੀ ਮੈਨੇ ਮੈਂ ਆਪ ਜੀ ਨੂੰ ਦੱਸ ਦੇਣਾ ਚਾਹੁੰਦਾ ਵਾਂ ਕਿ ਨਾ ਤਾਂ ਖੇਤਰ 'ਚ ਜਾ ਕੇ ਗੁਰਦੁਆਰਾ ਕੋਈ ਦੇਖਦਾ, ਨਾ ਅਸੀਂ ਦੇਖ ਪਾਉਂਦੇ ਆ। ਅਸੀਂ ਬਿਲਕੁਲ ਗੁਰਦੁਆਰੇ ਨੇ ਜਾ ਕੇ ਦੇਖੇ। ਔਰ ਮੈਂ ਉਹਨਾਂ ਨੇ ਤਾਂ ਬਕਾਇਦਾ ਵੀਡੀਓ ਬਣਾ ਕੇ ਪਾਈ ਹੈ ਕਿ ਇਸ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੀ ਨਹੀਂ ਹੈ, ਤੇ ਉਸ ਇਲਾਕੇ ਦੀ ਸੰਗਤ ਵੀ ਕਹਿ ਰਹੀ ਹੈ ਕਿ ਅਸੀਂ ਨਹੀਂ ਡੈਲੀਗੇਟ ਭੇਜਿਆ, ਤੇ ਉਹ ਗੁਰਦੁਆਰਾ ਰਜਿਸਟ੍ਰੇਸ਼ਨ ਹੋ ਜਾਂਦਾ। ਤੇ ਇਹਦੇ ਵਿੱਚ ਤਾਂ ਫਿਰ ਸਿੱਧਾ ਫਿਰ ਧਾਂਦਲੀ ਦਾ ਆਰੋਪ ਲੱਗ ਰਿਹਾ ਨਾ। ਫਿਰ ਤੁਸੀਂ ਮੌਜੂਦਾ ਪ੍ਰਧਾਨ ਹੋ, ਤੁਹਾਡੀ ਵੀ ਸਾਖ ਤੇ ਆਰੋਪ ਲਗਾਇਆ ਜਾ ਰਿਹਾ ਨਾ। ਵੀਰ ਜੀ ਮੈਂ ਬੇਨਤੀ ਕਰਨੀ ਚਾਹਾਂਗਾ, ਆਰੋਪ ਲਾਉਣ ਵਾਲੇ ਉਹ ਨੇ ਜਿਨ੍ਹਾਂ ਨੇ ਕਾਰ ਸੇਵਾ ਦੇ ਗੁਰਦੁਆਰੇ ਵੀ ਰਜਿਸਟਰ ਕਰਾ ਦਿੱਤੇ ਨੇ। ਕਾਰ ਸੇਵਾ ਦੇ ਕਿਹੜੇ ਵਾਲੇ ਗੁਰਦੁਆਰੇ ਰਜਿਸਟ੍ਰੇਸ਼ਨ ਕਰਾਏ ਨੇ? ਥੋੜਾ ਜਿਹਾ ਖੁੱਲ ਕੇ ਦੱਸੋ। ਮਜੋਲਾ ਦੇ ਉੱਤੇ ਬੋਰਡ ਲੱਗਾ ਹੋਇਆ ਕਾਰ ਸੇਵਾ ਬਾਬਾ ਹਰਬੰਸ ਸਿੰਘ ਜੀ, ਉਹ ਰਜਿਸਟਰ ਕਰਾਤਾ। ਔਰ ਇੱਕ ਗੁਰਦੁਆਰਾ ਸੈਕਿੰਡ ਰੁਕੋ, ਤੁਸੀਂ ਕਿੰਦਾ ਆਰੋਪ ਕੌਣ ਲਗਾ ਰਿਹਾ? ਤੁਸੀਂ ਮੈਨੂੰ ਨਾਮ ਦੱਸ ਸਕਦੇ ਹੋ ਤੁਹਾਡੇ ਮੁਤਾਬਕ ਕਿਹੜਾ ਬੰਦਾ ਆਰੋਪ ਲਗਾ ਰਿਹਾ? ਤੁਸੀਂ ਕਿਹਦੇ ਤੇ ਆਰੋਪ ਲਗਾਉਂਦੇ ਕਿ ਜਿਨ੍ਹਾਂ ਰਜਿਸਟ੍ਰੇਸ਼ਨ ਕਰਾਇਆ ਕਾਰ ਸੇਵਾ ਵਾਲੇ ਗੁਰਦੁਆਰਿਆਂ ਦਾ? ਵੀਰ ਜੀ ਉਹ ਬੈਕ ਦੇ ਵਿੱਚ ਤਰਸੇਮ ਸਿੰਘ ਹੈ, ਅੱਗੋਂ ਉਹਦੇ ਕਰਿੰਦੇ ਕੰਮ ਕਰਨ ਰਹੇ ਨੇ। ਕਰਿੰਦੇ ਕਿਹੜੇ ਨੇ? ਥੋੜਾ ਜਿਹਾ ਨਾਮ ਸੰਗਤ ਨੂੰ ਪਤਾ ਲੱਗਣਾ ਚਾਹੀਦਾ। ਸੰਗਤ ਮੈਂ ਦੱਸਣਾ ਚਾਹੁੰਦਾ ਹਾਂ, ਉਹਨਾਂ ਦਾ ਇੱਕ ਜਥੇਦਾਰ ਜਗਤਾਰ ਸਿੰਘ, ਠੀਕ ਹੈ ਜੀ, ਉਹਨੂੰ ਉਹਨਾਂ ਡੈਲੀਗੇਟ ਬਣਾਇਆ ਹੈ ਖਟੇਮਾ ਦੇ ਹਲਦੀ ਗੁਰਦੁਆਰੇ ਤੋਂ। ਉਹਨੂੰ ਉਹਨਾਂ ਡੈਲੀਗੇਟ ਬਣਾਇਆ ਹੈ ਇੱਕ ਜਥੇਦਾਰ ਆਪਣੇ ਨੂੰ, ਠੀਕ ਹੈ, ਜਿਹੜਾ ਪੱਕਾ ਜਥੇਦਾਰ ਹੈ ਉਹਦਾ, ਜਗਤਾਰ ਸਿੰਘ ਨਾਂ ਹੈ ਉਹਨਾਂ ਦਾ, ਠੀਕ ਹੈ। ਤੁਹਾਡੇ ਮੁਤਾਬਕ ਫਿਰ ਕਾਰ ਸੇਵਾ ਇਹਦੇ ਵਿੱਚ ਇਨਵੋਲਵ ਹੈ ਇਸ ਇਲੈਕਸ਼ਨ ਦੇ ਵਿੱਚ? ਇਸ ਇਲੈਕਸ਼ਨ ਦੇ ਵਿੱਚ ਜਿੰਨਾ ਵੀ ਵਿਵਾਦ ਖੜਾ ਹੋ ਰਿਹਾ ਇਹਦਾ ਜੜ ਕੇਵਲ ਤੇ ਕੇਵਲ ਤਰਸੇਮ ਸਿੰਘ ਹੈ, ਕਾਰ ਸੇਵਾ ਨਹੀਂ। ਅੱਛਾ, ਕਾਰ ਸੇਵਾ ਵਾਲੇ ਹੋਰ ਵੀ ਡੇਰੇ ਹੈਗੇ ਨੇ, ਕੋਈ ਨਹੀਂ। ਕਾਰ ਸੇਵਾ ਦਾ ਹੋਰ ਕਿਹੜਾ ਗੁਰਦੁਆਰਾ ਇਹਦੇ ਰਜਿਸਟ੍ਰੇਸ਼ਨ ਕਰਾਇਆ ਗਿਆ? ਥੋੜਾ ਜਿਹਾ ਦੱਸ ਸਕਦੇ ਹੋ? ਦੇਖੋ ਜੀ, ਇੱਕ ਤੇ ਇਹ ਮਜੋਲੇ ਵਾਲਾ ਹੈ, ਠੀਕ ਹੈ ਜੀ, ਜਿਹੜਾ ਕਾਰ ਸੇਵਾ ਦਾ ਗੁਰਦੁਆਰਾ ਹੈ, ਉੱਥੋਂ ਪਹਿਲੀ ਵਾਰ ਰਜਿਸਟਰਡ ਹੋਇਆ ਉਹ। ਉਸ ਤੋਂ ਉਪਰੰਤ ਇੱਕ ਗੁਰਦੁਆਰਾ ਸਾਹਿਬ ਪੜਾਇਆ ਸਾਡੇ ਖਟੇਮਾ ਦੇ ਵਿੱਚ, ਉਹ ਸਾਰੇ ਹੀ ਸਿੰਧੀ ਸਿੱਖ ਨੌਨ ਸਿੱਖ ਨੇ। ਉਹਨਾਂ ਆਖਿਆ ਅਸੀਂ ਗੁਰਦੁਆਰਾ ਰਜਿਸਟਰ ਨਹੀਂ ਕਰਾਉਣਾ, ਠੀਕ ਹੈ, ਔਰ ਉਹਨਾਂ ਦਾ ਗੁਰਦੁਆਰਾ ਰਜਿਸਟਰ ਕਰਾ ਦਿੱਤਾ ਉਹਨਾਂ ਨੇ। ਅੱਛਾ, ਤੁਸੀਂ ਮੌਜੂਦਾ ਪ੍ਰਧਾਨ ਹੋ, ਅਗਰ ਤੁਹਾਨੂੰ ਲੱਗਦਾ ਹੈ ਬਾਇਲਾਅ ਦੇ ਅਕੋਰਡਿੰਗ ਠੀਕ ਨਹੀਂ ਹੈ, ਫਿਰ ਤੁਸੀਂ ਉਹਦਾ ਵਿਰੋਧ ਕਿਉਂ ਨਹੀਂ ਕੀਤਾ? ਫਿਰ ਦੇਖੋ ਵੀਰ ਜੀ, ਜਦੋਂ ਉਹਦੀ ਸੂਚੀ ਲੱਗੀ, ਮੈਂ ਤੁਹਾਨੂੰ ਰਿਕਾਰਡ ਦੇ ਦਿਆਂਗਾ, ਮੈਂ ਏਡੀਓ ਸਾਹਿਬ ਕੋਲ ਜਾ ਕੇ ਬੇਨਤੀ ਕੀਤੀ ਸੀ ਕਿ ਆਹ ਗੁਰਦੁਆਰੇ ਦੇ ਲੋਕ ਨਹੀਂ ਚਾਹੁੰਦੇ ਗੁਰਦੁਆਰਾ ਰਜਿਸਟਰ ਕਰਾਉਣਾ, ਠੀਕ ਹੈ, ਗੁਰਦੁਆਰਾ ਮੌਜੂਦ ਹੈ, ਲੇਕਿਨ ਉਹ ਕਹਿੰਦੇ ਸੀ ਕਿ ਅਸੀਂ ਨੌਨ ਸਿੱਖ ਹਾਂ, ਸਾਡਾ ਪ੍ਰਬੰਧ ਹੈ ਸਾਰਾ, ਇਸ ਕਰਕੇ ਅਸੀਂ ਆਪਣਾ ਕੋਈ ਦੂਜੇ ਨੂੰ ਨਹੀਂ ਭੇਜਣਾ ਚਾਹੁੰਦੇ, ਕਿਸੇ ਬਾਹਰਲੇ ਬੰਦੇ ਨੂੰ। ਲੇਕਿਨ ਏਡੀਓ ਸਾਹਿਬ ਕਹਿਣ ਲੱਗੇ ਕਿ ਦੇਖੋ ਪ੍ਰਧਾਨ ਜੀ, ਇਹ ਕਿਉਂਕਿ ਹੁਣ ਗੁਰਦੁਆਰੇ ਦੀ ਲਿਸਟ ਫਾਈਨਲ ਹੋ ਚੁੱਕੀ ਹੈ, ਉਹ ਆਪਣਾ ਡੈਲੀਗੇਟ ਨਾ ਭੇਜਣ ਉਸੋਂ, ਉਹਦਾ ਹੀ ਹੱਲ ਹੈ। ਲੇਕਿਨ ਉਹ ਜਿਹੜਾ ਡੈਲੀਗੇਟ ਭੇਜਿਆ ਉਹਨੂੰ ਵੀ ਨਹੀਂ ਪਤਾ, ਇਹ ਤਾਂ ਸਾਡੇ ਇਲਜ਼ਾਮ ਲਾ ਰਹੇ ਨੇ ਨਾ, ਉਸ ਡੈਲੀਗੇਟ ਨੂੰ ਪਤਾ ਹੀ ਨਹੀਂ ਉਹਦੇ ਕਿੱਥੋਂ ਸਹੀ ਕਰਾਏ, ਫਰਜ਼ੀ ਕਰਾਏ, ਕੀ ਕੀਤਾ ਇਹਨਾਂ ਨੇ। ਲੇਕਿਨ ਅਸੀਂ ਕਹਿੰਦੇ ਕੋਈ ਗੱਲ ਨਹੀਂ, ਜਿਹੜਾ ਡੈਲੀਗੇਟ ਬਣ ਗਏ, ਜਿਹਨੇ ਵੋਟ ਪਾਉਣੀ ਵੋਟ ਪਾਏਗਾ। ਬਾਕੀ ਵੀਰ ਜੀ ਮੈਂ ਬੇਨਤੀ ਕਰਾਂ। ਹਾਂ ਬਿਲਕੁਲ ਜੀ, ਬੇਨਤੀ ਕੋ, ਸੰਗਤ ਸੁਣ ਰਹੀ ਹੈ, ਤੁਹਾਡੇ ਵਿਚਾਰ ਦੱਸੋ ਜੀ। ਦੇਖੋ, ਮਾਨਯੋਗ ਚੁਣਾਵ ਅਧਿਕਾਰੀ ਜੀ ਬੜੀ ਲਗਨ ਮਿਹਨਤ ਨਾਲ
ਉੱਥੇ ਆਪਣੀ ਡਿਊਟੀ ਨਿਭਾ ਰਹੇ ਨੇ। ਅਗਰ ਪਰੇਸ਼ਾਨ ਹੈ ਤਾਂ ਕੇਵਲ ਤਰਸੇਮ ਸਿੰਘ ਔਰ ਉਹਦੇ ਸਾਥੀ। ਉਹਨਾਂ ਦੇ ਸਾਥੀ ਕਿਹੜੇ ਨਾਮ ਦੱਸਿਆ ਜੀ। ਦੇਖੋ ਮੈਂ ਜਿਵੇਂ ਕਹਿ ਰਿਹਾ, ਇੱਕ ਤਾਂ ਜਗਤਾਰ ਸਿੰਘ ਦਾ ਜਥੇਦਾਰ ਹੈ, ਕੁਛ ਉਹਦੇ ਹੋਰ ਜਥੇਦਾਰ ਜਿਹਦਾ ਮੈਂ ਨਾਮ ਹੀ ਚੰਗੀ ਤਰ੍ਹਾਂ ਨਹੀਂ ਜਾਣਦਾ ਉਹਨਾਂ ਦੇ। ਚਲੋ ਖੈਰ ਠੀਕ ਹੈ ਜੀ। ਇੱਕ ਜਿਹੜਾ ਸੋਨੀ ਨਾਂ ਦਾ ਹੈ, ਉਹ ਮੁੱਖ ਹੈ। ਉਹਦੇ ਨਾਲ ਇੱਥੋਂ 2-3 ਲੜਕੇ ਨੇ ਸਾਡੇ ਖਿੱਟੇਮਾ ਦੇ, ਗੁਰਦਿਆਲ ਸਿੰਘ ਹੈ, ਇੱਕ ਉਹਦਾ ਭਰਾ ਹੈ ਗੋਲੂ। ਬਸ ਇਹ 5-4 ਲੜਕੇ ਇਹੋ ਜਿਹੇ ਰਲੇ ਨੇ, 24 ਘੰਟੇ ਉੱਥੇ ਬੈਠੇ ਹੋਏ ਨੇ, ਔਰ ਉਹ ਇਹ ਸਾਰਾ ਕੁਝ ਪ੍ਰਾਪਤ ਕਰ ਰਹੇ ਨੇ, ਔਰ ਉਹ ਹੀ ਨਜਾਇਜ਼ ਕਰਾ ਰਹੇ ਨੇ ਹਰ ਥਾਂ ਦੇ ਉੱਤੇ ਕਿਤੇ। ਤੇ ਤੁਸੀਂ ਅਗਰ ਨਜਾਇਜ਼ ਤੁਹਾਡੇ ਸਾਹਮਣੇ ਹੋ ਰਿਹਾ, ਤੁਸੀਂ ਵਿਰੋਧ ਕਿਉਂ ਨਹੀਂ ਕਰ ਰਹੇ? ਵੀਰ ਜੀ, ਸਾਡਾ ਵਿਰੋਧ ਕਰਨ ਦਾ ਤਰੀਕਾ ਹੋਰ ਹੈ। ਅਸੀਂ ਚੁਣਾਵ ਕਰ ਦਿੰਦੇ ਤੇ ਬੇਨਤੀ ਕਰ ਦਿੰਦੇ ਆ ਕਿ ਸਰ ਆਹ ਕੰਮ ਗਲਤ ਹੋ ਰਿਹਾ ਹੈ। ਬਸ ਇਸ ਤੋਂ ਬਾਅਦ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਖੁਦ ਇਹੋ ਜਿਹੇ ਕੰਮਾਂ ਦੇ ਸਾਡਾ ਸਿੱਖ ਸਮਾਜ ਜਿਹੜਾ ਉਲਝੇ, ਕਿਉਂਕਿ ਅਸੀਂ ਉਹਦਾ ਨਿਸ਼ਾਨਾ ਕਿ ਚੋਲ ਨਾ ਇੱਧਰ ਸਿਵਰ ਬੈਠ ਜਾਵੇ ਇੱਥੇ, ਉਹ ਝਗੜਾ ਕਰਾਉਣਾ ਚਾਹੁੰਦੇ ਨੇ। ਅਸੀਂ ਬਿਲਕੁਲ ਨਹੀਂ ਚਾਹੁੰਦੇ ਸਾਡੀ ਚੋਣ ਸੰਪੰਨ ਹੋਵੇ, ਸਾਡੀ ਅਮਲੀ ਕਮੇਟੀ ਹੋਂਦ ਵਿੱਚ ਆਵੇ ਔਰ ਪ੍ਰਬੰਧ ਲਵੇ ਜੀ। ਸੋ ਤੁਸੀਂ ਇਸ ਵਾਰ ਚੁਣਾਵ ਲੜ ਰਹੇ ਹੋ ਜੀ? ਤੁਸੀਂ ਚੁਣਾਵ ਲੜ ਰਹੇ ਹੋ ਇਸ ਵਾਰ? ਜੀ ਵੀਰ ਜੀ, ਮੈਂ ਖਟੇਮਾ ਤੋਂ ਉਮੀਦਵਾਰ ਹਾਂ ਵੀਰ ਜੀ, ਮੈਂ ਖਟੇਮਾ ਤੋਂ ਉਮੀਦਵਾਰ। ਠੀਕ ਹੈ ਜੀ। ਤੇ ਖਟੀਮਾ ਤੋਂ ਕੁਝ ਬੜੇ ਸਾਡੇ ਕੋਲ ਨੌਜਵਾਨਾਂ ਦੇ ਫੋਨ ਆ ਰਹੇ ਸੀ ਤੇ ਕਹਿੰਦੇ ਕਿ ਇਸ ਵਾਰ ਸਾਨੂੰ ਨੌਜਵਾਨਾਂ ਨੂੰ ਮੌਕਾ ਦੇਣਾ ਚਾਹੀਦਾ ਸੀ, ਤੁਸੀਂ ਮੌਕਾ ਨਹੀਂ ਦਿੱਤਾ ਉਹਨਾਂ ਨੂੰ ਸੇਵਾ ਦਾ। ਦੇਖੋ ਵੀਰ ਜੀ, ਮੈਂ ਦਾਸ ਨੇ ਸਭ ਤੋਂ ਪਹਿਲਾਂ ਖਟੀਮਾ ਮੀਟਿੰਗ ਕਾਲ ਕੀਤੀ। ਠੀਕ ਹੈ ਜੀ। ਪੂਰੀ ਸੰਗਤ ਨੂੰ ਬੁਲਾਇਆ। ਮੇਰੇ ਉਹ ਸਾਥੀ ਦੀ ਸੋਨੀ ਵਿੱਚ ਆਇਆ, ਗੁਰਦਿਆਲ ਸਿੰਘ ਵਿੱਚ ਆਏ। ਸੰਗਤ ਨੇ ਬੇਨਤੀ ਕੀਤੀ, ਦਾਸ ਨੇ ਬੇਨਤੀ ਕੀਤੀ, ਸੰਗਤ ਜੀ ਨੂੰ ਚਾਹੇ ਕਿੰਨੇ ਤੋਂ ਬੰਦਾ ਚੁਣਦੇ ਉੱਥੋਂ। ਔਰ ਉਹਨਾਂ ਨੇ ਉੱਠ ਕੇ ਆਖਿਆ ਜੀ ਅਜੇ ਜਦੋਂ ਸਮਾਂ ਆਵੇਗਾ ਉਦੋਂ ਕੀਤੇ, ਅਜੇ ਮੀਟਿੰਗ ਦਾ ਕੋਈ ਅਰਥ ਨਹੀਂ ਹੈਗਾ। ਜਦੋਂ ਉਹਨਾਂ ਨੇ ਅਸੀਂ ਗੱਲ ਦਾ ਵਿਰੋਧ ਕਰ ਦਿੱਤਾ, ਵਿੱਚੋਂ ਹੋਰ ਕੁਝ ਲੋਕ ਵੀ ਕਹਿਣ ਲੱਗੇ ਜੀ ਪ੍ਰਧਾਨ ਜੀ ਲਾਗੇ ਆਣ ਕੇ ਕਰਾਂਗੇ। ਔਰ ਦਾਸ ਅਜੇ ਵੀ ਪ੍ਰਯਾਸ ਕਰ ਰਿਹਾ ਹੈ ਕਿ ਜਿਹੜੇ ਸਾਰੇ ਡੈਲੀਗੇਟ ਨੂੰ ਮੈਂ ਬੇਨਤੀ ਕਰਨੀ ਕਿ ਤੁਸੀਂ ਆ ਇਕੱਠੇ ਹੋ ਕੇ ਬੈਠੋ, ਇੱਕ ਬੰਦਾ ਨਿਰਦਲ ਚੁਣ ਕੇ ਭੇਜ ਦਿਓ। ਜੀ। ਸੋ ਬਾਕੀ ਵੀਰ ਜੀ ਬੇਨਤੀ ਇਹ ਆ, ਜਿਹੜੇ ਬੰਦੇ ਉੱਥੇ ਗਲਤ ਕੰਮ ਕਰਾ ਰਹੇ ਨੇ ਨਾ, ਉਹ ਜ਼ਿਆਦਾ ਭੁੜਕ ਰਹੇ ਨੇ, ਔਰ ਉਹ 5-6 ਆਦਮੀ ਨੇ, ਜ਼ਿਆਦਾ ਨਹੀਂ ਹੈਗੇ ਉਹ। ਠੀਕ ਹੈ ਜੀ। ਕੀ ਪ੍ਰਧਾਨ ਜੀ ਕੀ ਆਸ ਕਰ ਸਕਦੇ ਆ ਕਿ ਚੋਣਾਂ ਠੀਕ ਠਾਕ ਹੋਣਗੀਆਂ, ਸਹੀ ਸਲਾਮਤ? ਬਿਲਕੁਲ। ਦੇਖੋ ਵੀਰ ਜੀ, ਮੈਂ ਇਸ ਚੁਣਾਵ ਤੋਂ ਸੈਟੀਸਫਾਈ ਹਾਂ। ਮੈਂ ਕਿਸੇ ਬਾਰੇ ਕਹਾਂ, ਕਿਉਂਕਿ ਚੁਣਾਵ ਅਧਿਕਾਰੀ ਦੀ ਗੱਲ ਸੁਣਦੇ ਨੇ, ਉਹ ਤੇ ਵਿਚਾਰ ਕਰਦੇ ਨੇ, ਉਹ ਤੇ ਨਿਰਣਾ ਦਿੰਦੇ ਨੇ। ਨਹੀਂ, ਤੁਸੀਂ ਤਾਂ ਕਹਿ ਰਹੇ ਹੋ ਸੁਣਦੇ ਹੋਣੇ। ਅਸੀਂ ਭਜਿੰਦਰ ਸਿੰਘ ਮਾਨ ਸਾਹਿਬ ਬੜੇ ਮਾਯੂਸ ਸੀ, ਕਹਿੰਦੇ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ, ਕੋਈ ਸਾਨੂੰ ਗੱਲ ਰੱਖਣ ਦਾ ਮੌਕਾ ਨਹੀਂ ਦਿੱਤਾ, ਬਿਲਕੁਲ ਤਾਨਾਸ਼ਾਹੀ ਰਵੱਈਆ ਬਣਾ ਕੇ ਉਹਨਾਂ ਨੇ ਸਾਡੇ ਪਰਚੇ ਰੱਦ ਕਰ ਦਿੱਤੇ ਆ। ਦੇਖੋ ਵੀਰ ਜੀ, ਪਰਚੇ ਤਾਂ ਸਾਡੇ ਵੀ ਇੱਥੋਂ 2 ਰੱਦ ਹੋਏ ਨੇ ਖਟੇਮਾ ਚੋਂ ਵੀ। ਦੇਖੋ ਮੈਂ ਬੇਨਤੀ ਕੀਤੀ, 2 ਰੱਦ ਹੋਏ ਨੇ, 2 ਨੂੰ ਇੱਕ ਚੁਣ ਕੇ ਦੇ ਦਿੱਤਾ, ਇੱਕ ਨੇ ਵਾਪਸ ਨਾ ਲੈ ਲਿਆ। ਕੋਈ ਵਾਜਬ ਕਾਰਨ ਤਾਂ ਦੱਸਣ, ਕਹਿੰਦੇ ਆ ਕਿ ਇੱਕ ਪਿੰਡ ਤੋਂ 2 ਆ ਗਏ ਤੇ ਅਸੀਂ ਰੱਦ ਕਰ ਰਹੇ ਹਾਂ। ਨਹੀਂ ਵੀਰ ਜੀ, ਉਹਨਾਂ ਨੇ ਗਾੜੀ, ਦੇਖੋ ਜਿਹੜੇ ਨੇ ਉਹਨਾਂ ਨੇ ਇੱਕ ਲਿਸਟ ਲਾਈ ਹੈ ਨਾ, ਉਹਦੇ ਨਾਲ ਗਾੜੀ ਮਾਰਕ ਦਿੱਤਾ ਪਿਆ, ਆ ਕਿਉਂ ਕੀਤਾ ਜਾ ਰਿਹਾ ਰੱਦ, ਉਹਨਾਂ ਨੇ ਮਾਰਕ ਦਿੱਤਾ ਹੋਇਆ ਹੈ। ਤੁਹਾਨੂੰ ਉਹ ਤੇ ਤਸੱਲੀ ਕਰਨੀ ਚਾਹੀਦੀ, ਉਹ ਤੁਹਾਨੂੰ ਵੇਖਣਾ ਚਾਹੀਦਾ ਹੈ। ਜੀ। ਚਲੋ ਪ੍ਰਧਾਨ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਆਸ ਕਰਦੇ ਹਾਂ ਕਿ ਸਾਨੂੰ ਸਮੇਂ-ਸਮੇਂ ਤੇ ਤੁਸੀਂ ਸਾਨੂੰ ਕੋਆਪਰੇਟ ਕਰਦੇ ਰਹੋਗੇ ਤੇ ਸੰਗਤ ਨੂੰ ਬਿਲਕੁਲ ਸਾਫ਼ ਸੁਥਰੀ ਜਾਣਕਾਰੀ ਤੁਸੀਂ ਦਿੰਦੇ ਰਹੋਗੇ। ਦੇਖੋ ਵੀਰ ਜੀ, ਮੈਂ ਬੇਨਤੀ ਕਰਨੀ ਚਾਹਾਂ, ਮੈਂ ਅੱਜ ਬੜੀਆਂ ਸੰਗਤਾਂ ਉੱਥੇ ਆਈਆਂ ਸੀਗੀਆਂ, ਮੈਂ ਬੇਨਤੀ ਕੀਤੀ ਹੈ ਕਿ ਉਹ ਆਦਮੀ ਜਿਹੜੇ ਯੋਗ ਵਿਅਕਤੀ ਨੇ, ਬੁੱਧੀਮਾਨ ਨੇ, ਗੁਰੂ ਦੀ ਬਖਸ਼ਿਸ਼ ਵਾਲੇ ਗੁਰੂ ਜੁੜੇ ਹੋਏ ਨੇ, ਸਮਾਜ ਸੇਵੀ ਨੇ, ਉਹਨੂੰ ਚੁਣ ਕੇ ਭੇਜੋ। ਔਰ ਮੈਨੂੰ ਪੂਰਾ ਭਰੋਸਾ ਹੈ ਕਿ ਇਹੋ ਜਿਹੀ ਕਮੇਟੀ ਚੋਂ ਆਵੇਗੀ ਜਿਹੜੀ ਸਾਡੇ ਇਸ ਪ੍ਰਬੰਧ ਨੂੰ, ਜੋ ਸਾਥੋਂ ਤਰੁੱਟੀਆਂ ਰਹਿ ਗਈਆਂ ਨੇ ਪਿਛਲੇ ਸਮੇਂ 'ਚ, ਉਹਨੂੰ ਦੂਰ ਕਰ ਦੇਵੇਗੀ। ਜੀ ਪ੍ਰਧਾਨ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਰੀ ਜਾਣਕਾਰੀ ਸਾਨੂੰ ਦਿੱਤੀ। ਫਤਿਹ ਦੀ ਆਤਮਾ ਤੁਹਾਡੇ ਤੋਂ ਵਿਦਾ ਮੰਗਦੇ ਹਾਂ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਇਹ ਸਨ ਸਾਡੇ ਨਾਲ ਜੁੜੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਜਿਹੜੇ ਨੇ ਸੇਵਾ ਸਿੰਘ ਜੀ। ਕਿਉਂਕਿ ਅੱਜ ਸਾਡੇ ਕੋਲ ਕਈ ਕਾਲਾਂ ਆਈਆਂ ਕਿ ਉੱਥੇ ਜਿਹੜੀ ਚੋਣਾਂ ਨੇ ਉਹ
ਪੂਰੇ ਬਾਇਲੌਜ ਦੇ ਅਕੋਰਡਿੰਗ ਨਹੀਂ ਹੋ ਰਹੀਆਂ, ਕਈਆਂ ਦੇ ਪਰਚੇ ਰੱਦ ਕਰ ਦਿੱਤੇ ਗਏ ਨੇ ਬਿਨਾਂ ਕਾਰਨ ਦੱਸੇ। ਸੋ ਇਹਨਾਂ ਨੇ ਸਾਰਾ ਕੁਝ ਸਾਡੇ ਕੋਲ ਨੌਜਵਾਨ ਸਿੱਖਾਂ ਨੇ ਉੱਥੋਂ ਦੀ ਵੀਡੀਓ ਬਣਾ ਕੇ ਭੇਜੀ ਕਿ ਜਿਸ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੀ ਨਹੀਂ ਹੈ, ਇਸ ਤਰ੍ਹਾਂ ਦੇ ਗੁਰੂ ਘਰ ਜਿਹੜੇ ਨੇ ਉਹ ਰਜਿਸਟਰਡ ਕਰਾ ਦਿੱਤੇ ਗਏ ਨੇ। ਇਹਨਾਂ ਤੇ ਆਰੋਪ ਲੱਗਾ ਸੀ, ਲੇਕਿਨ ਇਹਨਾਂ ਨੇ ਉਲਟਾ ਉਹਨਾਂ ਤੇ ਆਰੋਪ ਮੜ ਦਿੱਤਾ ਹੈ। ਉਹ ਕਹਿੰਦੇ ਆ ਕਿ ਸਾਡੇ ਵੱਲੋਂ ਕੋਈ ਰਜਿਸਟ੍ਰੇਸ਼ਨ ਇਸ ਤਰ੍ਹਾਂ ਦੇ ਗੁਰੂ ਘਰ ਨਹੀਂ ਕਰਾਏ ਗਏ, ਜਿਹੜੇ ਆਰੋਪ ਮੜ ਰਹੇ ਨੇ ਉਹਨਾਂ ਵੱਲੋਂ ਹੀ ਇਹ ਕਾਰਸਤਾਨੀ ਕੀਤੀ ਗਈ ਹੈ। ਤੁਸੀਂ ਆਪਣੇ ਕਮੈਂਟ ਇਹਦੇ ਵਿੱਚ ਪਾ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ, ਸੰਗਤ ਰੱਬ ਰੂਪੀ ਸੰਗਤ ਹੈ, ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਕਿ ਚੋਣ ਅਧਿਕਾਰੀ ਜਿਹੜਾ ਹੈ ਉਹ ਇਕੱਲੇ ਜਿਹੜੇ ਨੇ ਇਹ ਸੰਪੰਨ ਕਰਾ ਸਕਦੇ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹਦੇ ਵਿੱਚ ਦਖਲ ਅੰਦਾਜ਼ੀ ਕਰਨੀ ਚਾਹੀਦੀ ਹੈ। ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਵਿੱਚ ਇਹ ਚੋਣਾਂ ਹੋਣੀ ਚਾਹੀਦੀਆਂ ਨੇ। ਇਹ ਅਧਿਕਸ਼ ਜੀ ਕਹਿੰਦੇ ਆ, ਪ੍ਰਧਾਨ ਜੀ ਕਹਿੰਦੇ ਆ ਕਿ ਇਹਨਾਂ ਵੱਲੋਂ ਮੈਂਬਰਾਂ ਦੇ ਕੋਲ ਇਹ ਗੱਲ ਰੱਖੀ ਗਈ ਸੀ ਕਿ ਜਿਹੜੇ ਚੋਣਾਂ ਹੋਣੀਆਂ ਨੇ ਉਹ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਕੁਝ ਮੈਂਬਰ ਸੱਦੇ ਜਾਣ, ਅਕਾਲ ਤਖਤ ਸਾਹਿਬ ਜੀ ਨੂੰ ਇਹਦੇ ਵਿੱਚ ਦਖਲ ਅੰਦਾਜ਼ੀ ਕਰਕੇ ਤੇ ਚੋਣਾਂ ਕਰਾਈਆਂ ਜਾਣ। ਕਹਿੰਦੇ ਕਿ ਲੇਕਿਨ ਕਮੇਟੀ ਦੇ ਹੀ ਮੈਂਬਰਾਂ ਨੇ ਇਹ ਮਨਾ ਕਰ ਦਿੱਤਾ ਕਿ ਅਸੀਂ ਸ਼੍ਰੋਮਣੀ ਕਮੇਟੀ ਦਾ ਕੋਈ ਇੱਥੇ ਦਖਲ ਅੰਦਾਜ਼ੀ ਜਿਹੜੀ ਉਹ ਬਰਦਾਸ਼ਤ ਨਹੀਂ ਕਰਨੀ। ਸੋ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਦੇ ਤੋਂ ਰਿਲੇਟਿਡ ਜਿਹੜੀ ਅਪਡੇਟ ਹੋਏਗੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ। ਕਈਆਂ ਦੇ ਪਰਚੇ ਅੱਜ ਰੱਦ ਕਰ ਦਿੱਤੇ ਗਏ ਨੇ ਤੇ ਜਿਨ੍ਹਾਂ ਦੇ ਪਰਚੇ ਰੱਦ ਕਰ ਦਿੱਤੇ ਗਏ ਨੇ ਉਹਨਾਂ ਵੱਲੋਂ ਤਰ੍ਹਾਂ ਦੇ ਆਰੋਪ ਲਗਾਏ ਗਏ ਨੇ। ਸੋ ਕੋਸ਼ਿਸ਼ ਕਰ ਰਹੇ ਹਾਂ ਕਿ ਉੱਥੇ ਦੀ ਕਮੇਟੀ ਦੀਆਂ ਹਰ ਅਪਡੇਟ ਤੁਹਾਡੇ ਨਾਲ ਸਾਂਝੀ ਕਰੀਏ। ਆਪਣੇ ਤੁਸੀਂ ਕਮੈਂਟ ਇਹਦੇ ਵਿੱਚ ਜ਼ਰੂਰ ਪਾਉਂਦੇ ਜਾਇਆ ਜੇ। ਤੁਹਾਡੇ ਮੁਤਾਬਕ ਜਿਹੜੇ ਨੇ ਜਿਹੜੀ ਚੋਣਾਂ ਉੱਥੇ ਹੋ ਰਹੀਆਂ ਨੇ ਉਹ ਬਿਲਕੁਲ ਠੀਕ ਹੋ ਰਹੀਆਂ ਨੇ ਜਾਂ ਉਹਦੇ ਵਿੱਚ ਧਾਂਦਲੀ ਕੀਤੀ ਜਾ ਰਹੀ ਹੈ। ਸੋ ਇੱਕ ਵਾਰ ਮੈਂ ਵਿਦਾ ਮੰਗਦਾ, ਫਿਰ ਕਿਸੇ ਨਵੀਂ ਅਪਡੇਟ ਨਾਲ ਤੁਹਾਡੇ ਨਾਲ ਹਾਜ਼ਰ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।